ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਨੀਤ। ਤੇ ਦਰਸ਼ਕੋ, ਇੱਕ ਵਾਰੀ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਸੰਵਾਦ ਦੇ ਵਿੱਚ। ਜਿਵੇਂ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਕ ਗੈਸਟ ਮੌਜੂਦ ਹੁੰਦੇ ਨੇ ਔਰ ਅਸੀਂ ਸੰਵਾਦ ਕਰਦੇ ਹਾਂ ਇੱਕ ਪਰਟੀਕੂਲਰ ਟੌਪਿਕ ਨੂੰ ਲੈ ਕੇ। ਦੋਸਤੋ, ਅੱਜ ਕੱਲ੍ਹ ਜਿਸ ਤਰ੍ਹਾਂ ਦਾ ਸਾਡਾ ਰਹਿਣ ਸਹਿਣ ਹੋ ਗਿਆ ਹੈ, ਖਾਣ ਪਾਣ ਹੋ ਗਿਆ ਹੈ, ਉਸ ਕਰਕੇ ਬਹੁਤ ਜ਼ਿਆਦਾ ਦਿੱਕਤਾਂ ਦਰਪੇਸ਼ ਆ ਰਹੀਆਂ ਨੇ। ਅਸੀਂ ਆਪਣੇ ਆਪ ਨੂੰ ਸਫਿਸਟੀਕੇਸ਼ਨ ਦੇ ਯੁੱਗ ਦੇ ਵਿੱਚ ਲੈ ਗਏ ਹਾਂ। ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਕੰਫਰਟ ਜ਼ੋਨ ਦੇ ਵਿੱਚ ਰੱਖਦੇ ਹਾਂ। ਇਹੀ ਕਾਰਨ ਹੈ ਕਿ ਅਸੀਂ ਥੋੜ੍ਹੀ ਜਿਹੀ ਧੁੱਪ ਬਰਦਾਸ਼ਤ ਨਹੀਂ ਕਰ ਸਕਦੇ, ਅਸੀਂ ਮੀਂਹ ਦੀਆਂ ਚੰਦ ਕੁਕਣੀਆਂ ਬਰਦਾਸ਼ਤ ਨਹੀਂ ਕਰ ਸਕਦੇ। ਸੋ ਇਹਨਾਂ ਤਮਾਮ ਚੀਜ਼ਾਂ ਦਾ, ਇਹ ਬਦਲਦੇ ਲਾਈਫ ਸਟਾਈਲ ਦਾ ਸਾਡੀ ਹੈਲਥ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਿਆ ਹੈ, ਡਾਕਟਰ ਨਾਲੋਂ ਵੱਧ ਇਹ ਵਧੀਆ ਤਰੀਕੇ ਦੇ ਨਾਲ ਕੋਈ ਦੱਸ ਨਹੀਂ ਸਕਦਾ। ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਡਾਕਟਰ ਰਜਨੀਸ਼ ਕਪੂਰ, ਮੈਦਾਂਤਾ ਮੈਡੀਸਿਟੀ ਦੇ ਵਾਈਸ ਚੇਅਰਮੈਨ। ਡਾਕਟਰ ਸਾਹਿਬ, ਪ੍ਰੋਗਰਾਮ ਵਿੱਚ ਸਵਾਗਤ ਹੈ। ਧੰਨਵਾਦ। ਡਾਕਟਰ ਸਾਹਿਬ, ਵੈਸੇ ਮੈਂ ਗੱਲ ਤਾਂ ਖਾਣ ਪਾਣ ਤੋਂ ਸ਼ੁਰੂ ਕੀਤੀ ਸੀ, ਪਰ ਦੇਖਿਆ ਜਾਵੇ ਤਾਂ ਜੋ ਇੱਕ ਡਾਕਟਰ ਹੈ ਉਸ ਦੀ ਜੌਬ ਹੁੰਦੀ ਹੈ ਵੀ ਲੋਕਾਂ ਨੂੰ, ਉਹ ਜਿੱਥੇ ਫਿਜ਼ੀਕਲ ਹੈਲਥ ਸਫਰ ਕਰਦੀ ਹੈ ਤਾਂ ਰეკਮੈਂਡ ਕਰਦੇ ਆ ਦਵਾਈਆਂ ਐਂਡ ਆਲ, ਨਾਲੋਂ ਨਾਲ ਮੈਂਟਲ ਸਪੋਰਟ ਵੀ ਡਾਕਟਰ ਬਹੁਤ ਜ਼ਿਆਦਾ ਦਿੰਦੇ ਨੇ। ਕਿਉਂਕਿ ਡਾਕਟਰਸ ਵਰਡ, ਅਸੀਂ ਇੱਕ ਕਹਾਣੀ ਪੜ੍ਹਿਆ ਕਰਦੇ ਸੀ ਨਿੱਕੇ ਹੁੰਦਿਆਂ ਕਿ ਇੱਕ ਇਨਸਾਨ ਸੀ ਡਾਕਟਰ ਰਾਮ। ਜੇਕਰ ਤੁਸੀਂ ਉਹ ਕਹਾਣੀ ਸੁਣੀ ਹੋਵੇ, ਅਤੇ ਉਹ ਹਰ ਇੱਕ ਨੂੰ ਸੱਚ ਬੋਲਿਆ ਕਰਦਾ ਸੀ। ਉਸ ਦੇ ਆਪਣੇ ਫਰੈਂਡ ਨੂੰ ਉਹ 'ਤੇ ਇੰਨਾ ਬਿਲੀਵ ਸੀ ਕਿ ਇਹ ਡਾਕਟਰ ਸੱਚ ਬੋਲੇਗਾ, ਪਰ ਕਿਉਂਕਿ ਉਸ ਦੀਆਂ ਭਾਵਨਾਵਾਂ ਉਹਦੇ ਨਾਲ ਜੁੜੀਆਂ ਹੋਈਆਂ ਸੀ, ਜਦੋਂ ਡਾਕਟਰ ਕਹਿ ਦਿੰਦਾ ਕਿ ਨਹੀਂ ਤੂੰ ਬਿਲਕੁਲ ਠੀਕ ਹੋ ਜਾਏਗਾ, ਹਾਲਾਂਕਿ ਉਹ ਠੀਕ ਨਹੀਂ ਹੋਣ ਵਾਲਾ ਸੀ, ਤਾਂ ਇਹ ਸੁਣਦਿਆਂ ਹੀ ਡਾਕਟਰ ਰਾਮ ਦੀ ਗੱਲ ਸੁਣਦਿਆਂ ਹੀ ਉਹ ਪੇਸ਼ੈਂਟ ਦੀ ਹੈਲਥ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਗਿਆ। ਕੀ ਕਹੋਗੇ? ਬਿਲਕੁਲ, ਪਹਿਲਾਂ ਤਾਂ ਬਹੁਤ ਧੰਨਵਾਦ। ਬਹੁਤ ਚੰਗਾ ਲੱਗਿਆ ਇੱਥੇ ਜੁੜ ਕੇ ਅਨਮਿਊਟ ਦੇ ਸਟੂਡੀਓ ਦੇ ਵਿੱਚ ਜੀ। ਪੰਜਾਬ ਨਾਲ ਜੜ੍ਹਾਂ ਜੁੜੀਆਂ ਹੋਈਆਂ ਨੇ, ਤਾਂ ਜਦੋਂ ਵੀ ਮੈਂ ਦਿੱਲੀੋਂ, ਗੁੜਗਾਉਂ ਤੋਂ ਪੰਜਾਬ ਆਉਣਾ ਤਾਂ ਬਹੁਤ ਚੰਗਾ ਲੱਗਦਾ। ਸੋ ਥੈਂਕ ਯੂ ਵੈਰੀ ਮੱਚ। ਤੁਹਾਡਾ ਜਿਹੜਾ ਕੁਐਸਚਨ ਹੈ ਉਹ ਇਹ ਹੈ ਵੀ ਡਾਕਟਰ ਦਾ ਆਸ਼ਵਾਸਨ, ਡਾਕਟਰ ਦੇ ਵਰਡਸ ਮਰੀਜ਼ ਲਈ ਬਹੁਤ ਮੈਟਰ ਕਰਦੇ ਨੇ। ਆਈ ਥਿੰਕ ਇਸ ਤੋਂ ਵੱਧ ਕੇ ਕੋਈ ਮੇਰੇ ਤੋਂ ਵੱਧ ਇਹ ਗੱਲ ਨਹੀਂ ਸਮਝ ਸਕਦਾ ਜੀ। ਮਰੀਜ਼ ਲਈ ਦੇਖੋ, ਬਹੁਤ ਸਾਰਾ ਟਰੋਮਾ ਚੱਲ ਰਿਹਾ ਉਹਦੇ ਦਿਲ ਦੇ ਵਿੱਚ, ਉਹਦੇ ਸਾਈਕੋਲੋਜੀਕਲੀ ਉਹ ਬਹੁਤ ਟਰੋਮਾਟਾਈਜ਼ਡ ਹੁੰਦਾ ਜਦੋਂ ਉਹ ਕਿਸੇ ਬਿਮਾਰੀ ਨਾਲ ਲੜ ਰਿਹਾ ਹੈ। ਇਕੱਲਾ ਮਰੀਜ਼ ਨਹੀਂ, ਸਾਰੀ ਫੈਮਿਲੀ ਜੀ। ਤਾਂ ਡਾਕਟਰ ਦਾ ਕੰਮ ਹੈ ਉਹਨੂੰ ਟਰੀਟ ਕਰਨਾ ਦਵਾਈ ਨਾਲ, ਪ੍ਰੋਸੀਜਰ ਨਾਲ, ਸਰਜਰੀ ਨਾਲ, ਬਟ ਨਾਲ ਇੱਕ ਜਿਹੜਾ ਆਸ਼ਵਾਸਨ ਹੈ ਡਾਕਟਰ ਦਾ, ਉਹ ਬਹੁਤ ਵੇਟੇਜ ਰੱਖਦਾ ਹੈ ਮਰੀਜ਼ ਨੂੰ। ਜੇ ਤੁਸੀਂ ਥੋੜ੍ਹਾ ਜਿਹਾ ਵੀ ਰੀਅਸ਼ੋਰ ਕਰਦੇ ਹੋ, ਆਸ਼ਵਾਸਨ ਦਿੰਦੇ ਹੋ, ਤਾਂ ਉਹਦੀ 50% ਬਿਮਾਰੀ ਕਹਿੰਦੇ ਆ ਨਿਕਲ ਜਾਂਦੀ ਹੈ ਜੀ। ਸੋ ਇਸ 'ਚ ਕੋਈ ਦੋ ਰਾਏ ਨਹੀਂ ਹੈ। ਇੱਕ ਪਲੈਜ਼ੈਂਟ ਡਾਕਟਰ, ਇੱਕ ਪੋਜ਼ੀਟਿਵ ਡਾਕਟਰ ਦੀ ਸੋਚ, ਅਤੇ ਉਹ ਜਦੋਂ ਪੋਜ਼ੀਟਿਵ ਸੋਚ ਨਾਲ ਮਰੀਜ਼ ਨੂੰ ਅੱਗੇ ਰੀਅਸ਼ੋਰ ਕਰਦਾ, ਉਹਦਾ ਸਿੰਪਲ ਇਹ ਕਹਿਣਾ ਵੀ ਤੁਸੀਂ ਫਿਕਰ ਨਾ ਕਰੋ, ਤੁਹਾਡੀ ਤਕਲੀਫ ਅਤੇ ਤੁਹਾਡੀ ਬਿਮਾਰੀ ਆਪਾਂ ਜੜ੍ਹ ਤੋਂ ਮੁਕਾਵਾਂਗੇ। ਉਹਦੇ ਨਾਲ ਹੀ ਬਹੁਤ ਜ਼ਿਆਦਾ ਫਰਕ ਪੈਂਦਾ, ਉਹਦੇ ਸੁਧਾਰ ਆਉਣਾ ਸ਼ੁਰੂ ਹੋ ਜਾਂਦਾ ਜੀ। ਇੱਕ ਡਾਕਟਰ ਸਨ, ਉਹ ਨਾਲੋਂ ਨਾਲ कवि भी सन। वो कहते पहले करता था मैं मरीज़ों की कार्डियोग्राफी, इलेक्ट्रो होम्योपैथी से इलाज किया करता था, पर आजकल उनको ठीक करने के लिए मेरे लफ्ज़ ही काफ़ी हैं। बिल्कुल, इस कोई दो राय नहीं है। जिमें मैं दसिया, ਈਵਨ ਵਨਸ ਆਈ ਟਰੀਟ ਮਾਈ ਪੇਸ਼ੈਂਟਸ, ਉਹਨਾਂ ਨਾਲ ਮੈਂ ਸਾਰਾ ਕੁਝ ਸਮਝਾਉਣ ਤੋਂ ਬਾਅਦ, ਪੂਰਾ ਟਰੀਟਮੈਂਟ ਪਲਾਨ ਸਮਝਾਉਣ ਤੋਂ ਬਾਅਦ ਇੱਕ ਜ਼ਰੂਰ ਰੀਅਸ਼ੋਰੈਂਸ ਦਿੰਦਾ। ਅਤੇ ਮੇਰਾ ਮੋਸਟਲੀ ਇੱਕ ਪੋਸਚਰ ਹੁੰਦਾ ਵੀ ਪੇਸ਼ੈਂਟ ਦੇ, ਜੇ ਮੇਲ ਪੇਸ਼ੈਂਟ ਹੈ ਉਹਦੇ ਸ਼ੋਲਡਰ 'ਤੇ ਹੱਥ ਰੱਖ ਕੇ ਜਾਂ ਉਹਨੂੰ ਥੋੜ੍ਹਾ ਆਸ਼ਵਾਸਨ ਦੇ ਕੇ ਸਮਝਾਉਣਾ, ਸਾਰੀ ਫੈਮਿਲੀ ਨੂੰ ਬਿਠਾ ਕੇ ਸਮਝਾਉਣਾ ਵੀ ਇਹ ਬਿਮਾਰੀ ਹੈ, ਆਪਾਂ ਉਹਦਾ ਇਲਾਜ ਕਰਨ ਲੱਗੇ ਹਾਂ ਅਤੇ ਇਹਨੇ ਪੂਰਾ ਠੀਕ ਹੋ ਜਾਣਾ, ਤੁਸੀਂ ਘਬਰਾਉਣਾ ਨਹੀਂ ਹੈਗਾ। ਸੋ ਉਹ ਇੱਕ ਬਹੁਤ ਵੱਡੇ ਵਰਡਸ ਨੇ ਫੈਮਿਲੀ ਲਈ, ਬਹੁਤ ਰੀਅਸ਼ੋਰਿੰਗ ਨੇ, ਸਾਈਕੋਲੋਜੀਕਲੀ ਬਹੁਤ ਸੋਲੇਸ ਦਿੰਦੇ ਨੇ ਫੈਮਿਲੀ ਨੂੰ। ਅਤੇ ਕੋਈ ਡਾਊਟ ਨਹੀਂ ਹੈ, ਜਦੋਂ ਪੇਸ਼ੈਂਟ ਦੀ ਵਿਲ ਪਾਵਰ ਵੱਧਦੀ ਹੈ, ਉਹਦੀ ਪੋਜ਼ੀਟਿਵ ਸੋਚਣ ਦੀ ਸ਼ਕਤੀ ਵੱਧਦੀ ਹੈ, ਜਿਹੜੀ ਡਾਕਟਰ ਦੇ ਇਹਨਾਂ ਲਫ਼ਜ਼ਾਂ ਨਾਲ ਬਹੁਤ ਫਰਕ ਪੈਂਦਾ, ਤਾਂ ਉਹ
ਉਹਦੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਵੀ ਵੱਧਦੀ ਹੈ। ਜੀ ਡਾਕਟਰ ਸਾਹਿਬ, ਤੁਸੀਂ ਮੈਦਾਂਤਾ ਮੈਡੀਸਿਟੀ ਦੇ ਕਾਰਡੀਓਲੋਜੀ ਦੇ ਐਜ਼ ਅ ਹੈਡ ਸੇਵਾਵਾਂ ਨਿਭਾ ਰਹੇ ਹੋ, ਵਾਈਸ ਚੇਅਰਮੈਨ ਹੋ, ਤੇ ਕਰੋਨਾ ਕਾਲ ਦੌਰਾਨ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਇੱਕ ਮੈਂਟਲ ਪ੍ਰੈਸ਼ਰ ਡਾਕਟਰਸ ਤੇ ਵੀ ਕਿਤੇ ਨਾ ਕਿਤੇ ਕ੍ਰੀਏਟ ਹੋ ਗਿਆ ਸੀ? ਬਿਲਕੁਲ। ਸੋ ਕਰੋਨਾ ਜਾਂ ਕੋਵਿਡ ਦਾ ਜਿਹੜਾ ਟਾਈਮ ਸੀ ਉਹ ਮੈਂਟਲੀ ਬਹੁਤ ਐਗਜ਼ੌਸਟਿੰਗ ਸੀ, ਸਾਈਕੋਲੋਜੀਕਲੀ ਬੜਾ ਐਗਜ਼ੌਸਟਿੰਗ ਸੀ ਡਾਕਟਰਸ ਲਈ। ਜੀ ਬਹੁਤ ਜ਼ਿਆਦਾ ਟਰਮੋਇਲ 'ਚੋਂ ਨਿਕਲੇ ਨੇ ਸਾਰੇ ਮੈਡੀਕਲ ਪ੍ਰੋਫੈਸ਼ਨ ਦੇ ਡਾਕਟਰਸ। ਪਹਿਲਾਂ ਇੱਕ ਓਵਰਵੈਲਮਿੰਗ ਸਿਚੁਏਸ਼ਨ ਸੀ ਕਰੋਨਾ, ਜਿਹਦੇ ਨਾਲ ਸਾਰੇ ICUs ਫੁੱਲ ਸੀ, ਮਰੀਜ਼ ਬਹੁਤ ਪੀੜਿਤ ਸੀ, ਮਰੀਜ਼ਾਂ ਦੀ ਹਾਲਤ ਬਹੁਤ ਖ਼ਰਾਬ ਸੀ, ਉਹਨਾਂ ਨੂੰ ਰੋਜ਼ ਦੇਖਣਾ, ਉਹਨਾਂ ਨੂੰ ਟਰੀਟ ਕਰਨਾ। ਅਤੇ ਨੋਰਮਲੀ ਕੀ ਹੁੰਦਾ, ਜਦੋਂ ਸਾਡੇ ਕੋਲ ਮਰੀਜ਼ ਐਡਮਿਟ ਹੁੰਦਾ ਹੈ ਤਾਂ ਉਹਦੇ ਫੈਮਿਲੀ ਵਾਲੇ ਨਾਲ ਹੁੰਦੇ ਆ, ਬਟ ਤੁਸੀਂ ਇਹ ਸਮਝੋ ਕੋਵਿਡ ਦੇ ਟਾਈਮ ਦੇ ਵਿੱਚ ਮਰੀਜ਼ ਦੇ ਨਾਲ ਕੋਈ ਨਹੀਂ ਹੋ ਸਕਦਾ ਸੀ, ਕਿਉਂਕਿ ਉਹ ਇੰਨੀ ਵੱਡੀ ਇਨਫੈਕਸ਼ੀਅਸ ਡਿਜ਼ੀਜ਼ ਹੈ ਵੀ ਕੋਈ ਉੱਥੇ ਨਾਲ ਨਹੀਂ ਆ ਸਕਦਾ। ਜਦੋਂ ਅਸੀਂ ਲੋਕ ਵੀ ਕਰੋਨਾ ਦੇ ਪੇਸ਼ੈਂਟਸ ਦਾ ਰਾਊਂਡ ਕਰਨ ਜਾਂਦੇ ਸੀ ਤਾਂ PPE ਕਿੱਟ ਪਾ ਕੇ ਪੂਰਾ ਉੱਪਰੋਂ ਥੱਲੇ ਤੱਕ ਆਪਣੇ ਆਪ ਨੂੰ ਕਵਰ ਕਰਕੇ ਜਾਂਦੇ ਸੀ। ਤਾਂ ਉਹਦੇ ਵਿੱਚ ਮਰੀਜ਼ ਨੂੰ ਦੇਖਣਾ, ਮਰੀਜ਼ ਨੂੰ ਰੀਅਸ਼ੋਰ ਕਰਨਾ, ਉਹਨੂੰ ਟਰੀਟ ਕਰਨਾ ਇੱਕ ਬਹੁਤ ਵੱਡਾ ਸਾਈਕੋਲੋਜੀਕਲ ਟਰਾਮਾ ਈਵਨ ਡਾਕਟਰਸ ਵਾਸਤੇ ਹੈ। ਜੀ ਬੜੇ ਸਾਰੇ ਪੇਸ਼ੈਂਟ ਇਹ ਦੇਖ ਕੇ ਆਪ ਡਾਕਟਰਸ ਡਿਪਰੈਸ਼ਨ 'ਚ ਜਾਣ ਲੱਗ ਗਏ ਸੀ। ਸੋ ਉਹਦੇ ਨਾਲ ਸਾਨੂੰ ਰੋਜ਼ ਲੜਾਈ ਕਰਨੀ ਪੈਂਦੀ ਸੀ ਵੀ ਇਹ ਜੇ ਅਸੀਂ ਅੱਗੇ ਵੱਧ ਕੇ ਇਲਾਜ ਨਹੀਂ ਕਰ ਪਾਏ ਤਾਂ ਹੋਰ ਕੌਣ ਕਰੇਗਾ। ਸੋ ਡਾਕਟਰ ਹੀ ਤਾਂ ਫੋਰਸ ਹੈ ਕਰੋਨਾ ਨੂੰ ਹਰਾਉਣ ਦੇ ਵਿੱਚ। ਡਾਕਟਰ ਐਂਡ ਪੈਰਾਮੈਡੀਕਲ ਸਟਾਫ, ਸਾਰੀ ਨਰਸਿਸ ਔਰ ਡਾਕਟਰਸ ਨੇ ਮਿਲ ਕੇ ਬਹੁਤ ਮਿਹਨਤ ਕੀਤੀ ਹੈ। So I think I am a doctor myself, but I like to salute the whole medical profession for this, how they have fought corona battle and got many patients totally recovered out of it. So this was a very scary battle ਜਿਹੜੀ ਅਸੀਂ ਜਿੱਤੀ ਹੈ ਜੀ। ਤੇ ਬਟ ਯੈਸ ਸਾਈਕੋਲੋਜੀਕਲ ਟਰਾਮਾ ਸੀ ਤੇ ਉਹਦੇ ਵਿੱਚ ਸਾਨੂੰ ਵੀ ਬਹੁਤ ਸਾਰਾ ਆਪਣੇ ਆਪ ਨੂੰ ਸਮਝਾਉਣਾ, ਇੰਟਰੋਸਪੈਕਟ ਕਰਨਾ ਅਤੇ ਆਪਣੇ ਆਪ ਨੂੰ ਸਟਰੋਂਗ ਰੱਖਣਾ ਇਹ ਬਹੁਤ ਜ਼ਰੂਰੀ ਸੀ ਡਾਕਟਰਸ ਨੂੰ, ਉਹ ਹਲੇ ਵੀ ਕਰ ਰਹੇ ਨੇ। ਜੀ। ਅਦਰ ਦੈਨ ਕਰੋਨਾ ਆਲਸੋ ਆਈ ਲਾਈਕ ਟੂ ਐਡ ਵਨ ਥਿੰਗ ਹੇਅਰ, ਜਿਵੇਂ ਅੱਜ ਕੱਲ੍ਹ ਮੈਡੀਕਲ ਪ੍ਰੋਫੈਸ਼ਨ ਹੈ ਉਹ ਬਹੁਤ ਸਟਰੈਸਫੁਲ ਹੋ ਗਿਆ। ਲੋਕਾਂ ਦੀਆਂ ਐਕਸਪੈਕਟੇਸ਼ਨਸ ਬਹੁਤ ਵੱਧਦੀਆਂ ਜਾਂਦੀਆਂ ਨੇ। ਸੋ ਈਵਨ ਕੋਈ ਬਿਮਾਰੀ ਨਾਲ ਜਦੋਂ ਪੇਸ਼ੈਂਟ ਆਉਂਦਾ ਹੈ ਹੌਸਪੀਟਲ ਦੇ ਵਿੱਚ, ਡਾਕਟਰ ਦੇਖੋ ਉਹਦੇ ਲਈ ਪੂਰਾ ਜਾਨ ਲਾ ਰਿਹਾ ਹੈ, ਪੂਰੀ ਟਰੀਟਮੈਂਟ ਕਰ ਰਿਹਾ ਹੈ, ਆਪਣੇ ਟੋਟਲ ਐਬਿਲਿਟੀ ਨਾਲ ਜਿੰਨੀ ਉਹਦੀ ਮੈਡੀਕਲ ਸਾਇੰਸ ਦੀ ਐਬਿਲਿਟੀ ਹੈ, ਨੌਲੇਜ ਹੈ, ਪੂਰਾ ਯੂਟੀਲਾਈਜ਼ ਕਰਕੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ। ਬਟ ਦੈਨ ਕਿਤੇ ਨਾ ਕਿਤੇ ਨੇਚਰ ਦੇ ਅੱਗੇ ਜਦੋਂ ਕੋਈ ਡਿਜ਼ੀਜ਼ ਇਹੋ ਜਿਹੀ ਹੋਵੇ ਤਾਂ ਡਾਕਟਰਸ ਦਾ ਵੀ ਬਸ ਨਹੀਂ ਚੱਲਦਾ। ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ। ਤਾਂ ਉਹਨਾਂ ਦੇ ਬੜੇ ਹੌਸਟਾਈਲ ਰਿਐਕਸ਼ਨਸ ਆਉਂਦੇ ਨੇ ਜਦੋਂ ਕਿਸੇ ਦੀ ਡੈਥ ਹੋਵੇ ਜਾਂ ਬਿਮਾਰੀ ਬਹੁਤ ਐਡਵਾਂਸ ਸਟੇਜ 'ਤੇ ਹੈ ਔਰ ਡਾਕਟਰਸ ਨੇ ਕੋਸ਼ਿਸ਼ ਕੀਤੀ ਬਟ ਨਹੀਂ ਬਚਾ ਪਾਏ, ਤਾਂ ਉਹ ਹੌਸਟਾਈਲ ਰਿਐਕਸ਼ਨ ਕਿਸੇ ਵੀ ਤਰ੍ਹਾਂ ਜਸਟੀਫਾਈਡ ਨਹੀਂ ਹੈ। ਉਹ ਜਿਹੜਾ ਸਟਰੈਸ ਹੈ ਨਾ, ਉਹ ਡਾਕਟਰਸ ਨੂੰ ਹਲੇ ਵੀ ਕਿਤੇ ਨਾ ਕਿਤੇ ਅੰਦਰ ਮੈਂਟਲ ਟਰਾਮਾ ਦਿੰਦਾ ਹੈ। ਸੋ ਮੈਂ ਇਹੀ ਇੱਕ ਐਲਾਨ ਮੰਨੋ ਜਾਂ ਇੱਕ ਸਟੇਟਮੈਂਟ ਮੰਨੋ ਦੇਣਾ ਚਾਹਾਂਗਾ ਤੁਹਾਡੇ ਚੈਨਲ ਦੇ ਥਰੂ ਵੀ ਪੇਸ਼ੈਂਟਸ ਨੂੰ ਇਹ ਸਮਝਣ ਦੀ ਲੋੜ ਹੈ ਵੀ ਤੁਸੀਂ ਡਾਕਟਰ ਨਾਲ ਟਰਸਟ ਕਰੋ। ਡਾਕਟਰਸ ਹਲੇ ਵੀ ਆਪਣੀ ਪੂਰੀ ਜਾਨ ਲਾ ਕੇ ਮਰੀਜ਼ਾਂ ਦੀ ਦੇਖਭਾਲ ਕਰਦੇ ਨੇ, ਉਹਨਾਂ ਨੂੰ ਟਰੀਟ ਕਰਦੇ ਨੇ, ਉਹਨਾਂ 'ਤੇ ਟਰਸਟ ਰੱਖੋ। ਅਤੇ ਜੇ ਤੁਹਾਨੂੰ ਕੋਈ ਚੀਜ਼ 'ਚ ਇਸ਼ੂ ਲੱਗਦਾ ਹੈ ਵੀ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਜਾ ਕੇ ਤੁਸੀਂ ਉਹਨਾਂ ਦਾ ਟਾਈਮ ਮੰਗੋ, 10 ਮਿੰਟ ਹੋਰ ਡਿਸਕਸ ਕਰੋ। ਬਟ ਮੈਂ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ ਜੋ ਨੋਰਮਲ ਹੌਸਟਾਈਲ ਸਟੇਟਮੈਂਟਸ ਆਉਂਦੀਆਂ ਨੇ ਵੀ ਕਿਸੇ ਦੀ ਲਾਪਰਵਾਹੀ ਨਾਲ ਡੈਥ ਹੋ ਗਈ। ਆਈ ਡੋਂਟ ਐਗਰੀ ਵਿਦ ਦੈਟ ਬਿਕੋਜ਼ ਆਈ ਐਮ ਅ ਡਾਕਟਰ ਮਾਈ ਸੈਲਫ ਐਂਡ ਆਈ ਨੋ ਹਾਊ ਮਚ ਟਾਈਮ ਆਈ ਗਿਵ ਇਟ ਟੂ ਦ ਪ੍ਰੋਫੈਸ਼ਨ। ਜੀ, ਇੱਕ ਸਟੇਟਮੈਂਟ ਦਿੱਤੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਟੇਟਮੈਂਟ ਹੈ ਔਰ ਇਹਦੇ ਨਾਲ ਮਿਲਦੇ ਜੁਲਦੇ ਕਿੰਨੇ ਹੀ ਸਵਾਲ ਮੇਰੇ ਦਿਮਾਗ ਦੇ ਵਿੱਚ ਨੇ। ਵਨ ਬਾਏ ਵਨ ਮੈਂ ਉਹ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਤੋਂ ਜਾਣਨਾ ਚਾਹਾਂਗੀ। ਇੱਕ ਬਹੁਤ ਵੱਡੀ ਗੱਲ ਹੈ ਕਿ ਯੂਨੀਵਰਸ ਜਿਹੜਾ ਹੈ ਉਹ ਵਾਈਬ੍ਰੇਸ਼ਨਸ ਦਾ ਖੇਲ ਹੈ। ਅਗਰ ਅਸੀਂ ਇੱਕ ਉਂਗਲੀ ਤੱਕ ਵੀ ਹਿਲਾਉਂਦੇ ਹਾਂ ਤਾਂ ਉਹ ਪੂਰੇ ਯੂਨੀਵਰਸ ਨੂੰ ਇਫੈਕਟ ਕਰਦੀ ਹੈ। ਸੋ ਜਿੱਥੇ ਪੋਜ਼ੀਟਿਵ ਅਪਰੋਚ ਦੀ ਗੱਲ ਆਉਂਦੀ ਹੈ ਉੱਥੇ ਨੈਗੇਟਿਵ ਚੀਜ਼ਾਂ ਵੀ ਨੇ। ਨੈਗੇਟਿਵਿਟੀ ਦੇ ਵਿੱਚ ਡਿਪਰੈਸ਼ਨ ਹੈ, ਸਟ੍ਰੈਸ ਆ
ਜਾਂਦਾ ਹੈ। ਸੋ ਮੇਰਾ ਅਗਲਾ ਸਵਾਲ ਇਹ ਹੈ ਕਿ ਜੋ ਡਾਕਟਰਸ ਨੇ, ਜਦੋਂ ਤੁਸੀਂ ਮੰਨ ਲਓ ਕਦੇ ਸ਼ਮਸ਼ਾਨ ਘਾਟ ਵਿੱਚ ਜਾਂਦੇ ਹੋ ਤਾਂ ਸ਼ਮਸ਼ਾਨ ਦਾ ਨਾਮ ਹੀ ਆਪਣੇ ਆਪ ਦੇ ਵਿੱਚ ਤੁਹਾਨੂੰ ਇੱਕ ਖਾਸ ਕਿਸਮ ਦਾ ਸਟ੍ਰੈਸ, ਡਿਪਰੈਸ਼ਨ ਦਿੰਦਾ ਹੈ। ਤਾਂ ਡਾਕਟਰ ਵਾਸਤੇ, ਕਿਉਂਕਿ ਉਹ ਹਰ ਰੋਜ਼ ਕਿੰਨੇ ਹੀ ਪੇਸ਼ੈਂਟਸ ਨੂੰ ਟਰੀਟ ਕਰਦਾ ਹੈ, ਤੇ ਕਿਸੇ ਦੀ ਸਟ੍ਰੈਸ ਨੂੰ ਸੁਣਨਾ, ਕਿਸ ਦੀ ਬਿਮਾਰੀ ਨੂੰ ਸੁਣਨਾ, ਕੀ ਡਾਕਟਰਸ ਨੂੰ ਸਟ੍ਰੈਸ ਨਹੀਂ ਦਿੰਦਾ? ਨਹੀਂ, ਬਿਲਕੁਲ ਦਿੰਦਾ ਹੈ। ਇਹ ਡਾਕਟਰਸ ਆਰ ਆਲਸੋ ਹਿਊਮਨ ਬੀਇੰਗਸ ਜੀ। ਬਲਕਿ ਮੈਂ ਤੁਹਾਨੂੰ ਦੱਸ ਰਿਹਾ ਵੀ ਸਾਨੂੰ ਆਪਣੇ ਸਟ੍ਰੈਸ ਨਾਲ ਬਹੁਤ ਫਾਈਟ ਕਰਨਾ ਪੈਂਦਾ, ਆਪਣੇ ਜਿਹੜੇ ਅੰਦਰ ਕਨਫਲਿਕਟ ਚੱਲਦੇ ਨੇ ਉਹਦੇ ਨਾਲ ਫਾਈਟ ਕਰਨਾ ਪੈਂਦਾ, ਬਿਕੋਜ਼ ਵੀ ਹੈਵ ਟੂ ਪ੍ਰੈਜ਼ੈਂਟ ਅ ਫੇਸ ਟੂ ਦ ਪੇਸ਼ੈਂਟ ਔਰ ਪੇਸ਼ੈਂਟਸ ਫੈਮਿਲੀ ਐਂਡ ਡੂ ਆਰ ਬੈਸਟ ਆਲਸੋ। ਅਸੀਂ ਆਪਣੇ ਸਟ੍ਰੈਸ ਨੂੰ ਅੱਗੇ ਆਉਣ ਦੇਵਾਂਗੇ ਤਾਂ ਅਸੀਂ ਆਪਣਾ ਪੇਸ਼ੈਂਟ ਲਈ ਬੈਸਟ ਕਿਵੇਂ ਦੇਵਾਂਗੇ ਜੀ। For every patient, the life is very important, and there is no second thought about it that we have to come out with the best of our knowledge and best of the procedural skills to save the patient. So ਅਸੀਂ ਉਹਨੂੰ ਪੂਰੀ ਤਾਕਤ ਨਾਲ ਬਚਾਉਣ ਦੀ ਕੋਸ਼ਿਸ਼ ਕਰਨੀ ਹੈ, ਤੇ ਉਹ ਜੇ ਸਾਡਾ ਸਟ੍ਰੈਸ ਵਿੱਚ ਆਏਗਾ ਤਾਂ ਉਹ ਕਿਤੇ ਨਾ ਕਿਤੇ ਉਹ ਇਨਕੰਪਲੀਟ ਰਹਿ ਜਾਏਗਾ। ਇਸ ਲਈ ਅਸੀਂ ਕੋਈ, ਮੈਂ ਤੁਹਾਨੂੰ ਦੱਸਦਾ, ਜਿਵੇਂ ਅਸੀਂ ਪ੍ਰੋਸੀਜਰ ਕਰਦੇ ਹਾਂ, ਆਈ ਐਮ ਅ ਕਾਰਡੀਓਲੋਜਿਸਟ, ਸੋ ਆਈ ਡੂ ਕਾਰਡੀਅਕ ਪ੍ਰੋਸੀਜਰਸ ਡੇਲੀ। ਅਤੇ ਜਿਹੜੇ ਕੰਪਲੈਕਸ ਪ੍ਰੋਸੀਜਰਸ ਨੇ ਕਾਰਡੀਓਲੋਜੀ ਦੇ ਵਿੱਚ, ਜਦੋਂ ਅਸੀਂ ਬਹੁਤ ਕਿਸੇ ਕੰਪਲੈਕਸ ਪ੍ਰੋਸੀਜਰ ਨੂੰ ਕਰਨ ਜਾਂਦੇ ਹਾਂ ਤਾਂ ਮੇਰਾ ਟੈਂਡੈਂਸੀ ਹੁੰਦਾ ਹੈ ਦੈਟ ਆਪਣੇ ਆਪ ਨੂੰ ਬਾਕੀ ਸਾਰੀ ਚੀਜ਼ਾਂ ਤੋਂ ਸ਼ਟ ਆਫ ਕਰਨਾ ਉਸ ਪ੍ਰੋਸੀਜਰ 'ਤੇ ਜਾਣ ਤੋਂ ਪਹਿਲਾਂ, ਆਪਣੇ ਮਾਈਂਡ ਨੂੰ ਸਮਝਾਉਣਾ ਦੈਟ ਦਿਸ ਇਜ਼ ਅ ਲਾਈਫ ਆਈ ਐਮ ਗੋਇੰਗ ਟੂ ਸੇਵ ਐਂਡ ਆਈ ਹੈਵ ਟੂ ਡੂ ਮਾਈ ਬੈਸਟ ਫॉर ਦਿਸ ਲਾਈਫ ਜੀ। ਮੋਬਾਈਲ ਫੋਨ ਤੋਂ ਆਪਣੀ ਫੈਮਿਲੀ ਦੇ ਵਿੱਚ ਬੱਚਿਆਂ ਦੀ ਐਜੂਕੇਸ਼ਨ ਦਾ ਕੋਈ ਇਸ਼ੂ ਚੱਲ ਰਿਹਾ ਹੈ ਜਾਂ ਕੁਝ ਚੱਲ ਰਿਹਾ, ਸਾਰੀ ਚੀਜ਼ਾਂ ਤੋਂ ਆਪਣੇ ਆਪ ਨੂੰ ਸ਼ਟ ਆਫ ਕਰਕੇ ਉਸ ਪ੍ਰੋਸੀਜਰ 'ਚ ਬੈਸਟ ਦੇਣਾ, ਇਹੀ ਡਾਕਟਰ ਦਾ ਰਿਸਪੌਂਸਿਬਿਲਿਟੀ ਹੈ ਔਰ ਇਹੀ ਅਸੀਂ ਲੋਕ ਕਰਦੇ। ਕਿੰਨਾ ਕੁ ਸਕੂਨ ਮਹਿਸੂਸ ਹੁੰਦਾ? ਯਕੀਨਨ ਬਹੁਤ ਹੁੰਦਾ ਹੋਏਗਾ ਜਦੋਂ ਇੱਕ ਡਾਕਟਰ ਕਿਸੇ ਪੇਸ਼ੈਂਟ ਦੀ ਲਾਈਫ ਨੂੰ ਸਕਸੈਸਫੁਲੀ ਸੇਵ ਕਰ ਲੈਂਦਾ ਹੈ। ਬਿਲਕੁਲ, ਮੈਂ ਇੱਕ ਬਹੁਤ ਐਮਫੈਟਿਕਲੀ ਇੱਕ ਸਟੇਟਮੈਂਟ ਦੇਣਾ ਚਾਹੁੰਦਾ, ਇਸ ਤੋਂ ਵੱਡਾ ਸਕੂਨ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ ਹੈ ਵੀ ਤੁਸੀਂ ਕਿਸੇ ਦੀ ਜਾਨ ਬਚਾਈ ਹੈ ਜੀ। ਸੋ ਜਦੋਂ ਅਸੀਂ ਲੋਕ ਸਕੂਲ 'ਚ ਪੜ੍ਹ ਰਹੇ ਸੀ ਤਾਂ ਹੌਲੀ ਹੌਲੀ ਪੈਸ਼ਨ ਬਣਿਆ ਮੈਡੀਕਲ ਲਾਈਨ, ਡਾਕਟਰ ਬਣਨ ਵਾਸਤੇ, ਅਤੇ ਹੌਲੀ ਹੌਲੀ ਜਿਵੇਂ ਅਸੀਂ ਬਣੇ ਤਾਂ ਮੈਂ ਰਿਅਲਾਈਜ਼ ਕੀਤਾ ਵੀ ਇਸ ਤੋਂ ਵੱਡਾ ਗ੍ਰੈਟੀਫਿਕੇਸ਼ਨ ਹੋਰ ਕੋਈ ਨਹੀਂ ਹੈ ਜਦੋਂ ਤੁਸੀਂ ਲਾਈਫ ਬਚਾਉਂਦੇ ਹੋ। ਬਹੁਤ ਸਾਰੇ ਓਪਰਚੁਨਿਟੀਜ਼ ਹੈ ਦੁਨੀਆ ਦੇ ਵਿੱਚ, ਬਹੁਤ ਸਾਰੇ ਕੈਰੀਅਰਸ हैं, लोग इंजीनियरिंग या लॉयर या बिजनेसमैन या आर्कीटैक्ट सब बनते हैं, बट स्टिल माई पैशन इज़ टूवर्ड्स मैडिकल प्रोफैशन। और मैनू ये पता है भी औखा प्रोफैशन है, बहुत लंबा प्रोफैशन है जी। लाइफ थोड़े हत्थ च हुंदी है जो तुसी फाइनली प्रोसीजर करते हो, बट वंस यू सेव अ लाइफ और वो फैमिली थोड़े वास्ते जिवें देखदी है, ਜਿਵੇਂ ਤੁਹਾਨੂੰ ਰਿਸਪੈਕਟਫੁਲ ਨਜ਼ਰਾਂ ਨਾਲ ਇੰਟਰੈਕਟ ਕਰਦੀ ਹੈ ਬਾਅਦ 'ਚ ਜਦੋਂ ਤੁਸੀਂ ਕਿਸੇ ਦੀ ਲਾਈਫ ਬਚਾਉਂਦੇ ਹੋ, ਉਹਦੇ ਨਾਲੋਂ ਵੱਡੀ ਨਾ ਤਾਂ ਮਨੀ ਕੈਨ ਰਿਪਲੇਸ ਇਟ, ਨਾ ਹੀ ਹੋਰ ਕੋਈ ਵੀ ਚੀਜ਼ ਉਹਨੂੰ ਰਿਪਲੇਸ ਨਹੀਂ ਕਰ ਸਕਦੀ। ਦੈਟਸ ਅ ਮੈਕਸਿਮਮ ਲੈਵਲ ਆਫ ਗ੍ਰੈਟੀਫਿਕੇਸ਼ਨ ਵਨ ਕੈਨ ਹੈਵ। ਡਾਕਟਰ ਸਾਹਿਬ, ਤੁਸੀਂ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਕੇਸਿਸ ਜਾਂ ਪੇਸ਼ੈਂਟਸ ਨੂੰ ਦੇਖਿਆ ਹੋਣਾ, ਜਾਨਾਂ ਬਚਾਈਆਂ ਹੋਣੀਆਂ, ਕੋਈ ਯਾਦਗਾਰੀ ਘਟਨਾ ਦਿਲ ਦੇ ਬਹੁਤ ਨੇੜੇ ਹੋਵੇ? ਬਹੁਤ ਨੇ। So as I mentioned, I am a cardiologist, so we keep doing these life saving procedures on daily basis। patient heart attack ਨਾਲ ਆਉਂਦਾ, ਬਿਲਕੁਲ ਜਾ ਰਿਹਾ ਹੁੰਦਾ ਹੈ ਤਾਂ ਅਸੀਂ ਉਹਦੇ ਪ੍ਰੋਸੀਜਰ ਕਰਦੇ ਹਾਂ, ਤਾਂ ਬੜੀ ਸਾਰੀ ਲਾਈਫ ਬਚਾਈਆਂ ਨੇ। ਬਟ ਮੈਨੂੰ ਹਾਲੇ ਆਫ ਹੈਂਡ ਇੱਕੋ ਹੀ ਇੰਸੀਡੈਂਟ ਯਾਦ ਆਉਂਦਾ, ਇੱਕ ਉੱਥੇ ਗੁੜਗਾਉਂ ਦੇ ਲਾਗੇ ਕਿਸੇ ਪਿੰਡ ਤੋਂ ਓਲਡ ਲੇਡੀ 75-80 ਸਾਲ ਦੀ, ਜਿਹਨੂੰ ਹਾਰਟ ਅਟੈਕ ਹੋਇਆ। She came to me in emergency and she was in a very bad state। ਉਹ ਹਾਰਟ ਅਟੈਕ ਕਰਕੇ ਉਹਦਾ ਬਲੱਡ ਪ੍ਰੈਸ਼ਰ ਵੀ ਮੈਨੇਜ ਨਹੀਂ ਹੋ ਰਿਹਾ ਅਤੇ ਉਹ ਵੈਂਟੀਲੇਟਰ 'ਤੇ ਪਹੁੰਚ ਗਈ। ਤਾਂ ਉਹਦੇ ਕਈ ਵਾਰੀ ਕੀ ਹੁੰਦਾ, ਹਾਰਟ ਅਟੈਕ ਦੇ ਨਾਲ ਦਿਲ ਦੇ ਵਿੱਚ ਇੱਕ ਛੇਦ ਬਣ ਜਾਂਦਾ ਜੀ, ਤਾਂ ਉਹ ਦਿਲ ਨੂੰ ਸਟੇਬਲ ਨਹੀਂ ਹੋਣ ਦਿੰਦਾ। ਜਦ ਤੱਕ ਉਸ ਛੇਦ ਨੂੰ ਅਸੀਂ ਬੰਦ ਨਾ ਕਰੀਏ ਤਾਂ ਉਸ ਪੇਸ਼ੈਂਟ ਦੀ ਜਾਨ ਬਚਾਉਣੀ ਮੁਸ਼ਕਿਲ ਹੋ ਜਾਂਦੀ ਹੈ। ਤਾਂ ਉਹ ਫੈਮਿਲੀ ਵਾਜ਼ ਕੁਆਇਟ ਕੀਨ, ਬਟ ਦੈਨ ਜਦੋਂ ਉਸ ਲਈ ਸਾਨੂੰ ਇੱਕ ਪ੍ਰੋਸੀਜਰ ਕਰਨਾ ਪੈਂਦਾ, ਇੱਕ ਦਿਲ ਦੇ ਹੋਲ ਨੂੰ ਬੰਦ ਕਰਨ ਵਾਸਤੇ ਇੱਕ ਛਤਰੀ ਲਾਉਣੀ ਪੈਂਦੀ ਹੈ। ਓਬਵੀਅਸਲੀ ਉਹ ਜਿਹੜੀ ਲੇਡੀ ਸੀ ਉਹ ਸਰਜਰੀ ਦੇ ਲਾਇਕ ਨਹੀਂ ਸੀ, 80 ਸਾਲ ਦੀ ਲੇਡੀ ਸੀ, ਬਹੁਤ ਪਤਲੀ, 40-45 ਕਿਲੋ ਉਹਦਾ ਵਜ਼ਨ ਹੋਏਗਾ। ਅਤੇ ਉਹਦੇ ਨਾਲ ਗੱਲ ਕਰਨੀ ਸ਼ੁਰੂ ਕੀਤੀ ਵੀ ਇਹ ਲੇਡੀ ਨੂੰ ਬਚਾਉਣ ਦਾ ਇੱਕੋ ਹੀ ਤਰੀਕਾ ਹੈ, ਫੈਮਿਲੀ ਨਾਲ ਗੱਲ ਕਰਨੀ। ਵੈਂਟੀਲੇਟਰ 'ਤੇ ਸੀ, ਬਲੱਡ ਪ੍ਰੈਸ਼ਰ ਮੇਨਟੇਨ ਨਹੀਂ ਹੋ ਰਿਹਾ ਸੀ।
फैमिली वॉज वेरी अंडरस्टैंडिंग, वेरी कोऑपरेटिव, दे स्टार्ट अंडरस्टैंडिंग दैट। और 2 दिन ਆਪਾਂ ਥੋੜਾ ਹੋਰ ਸਟੇਬਲਾਈਜ਼ ਕਰਕੇ ਉਹ ਛਤਰੀ ਪਾਈ ਤੇ ਵੀ ਕੁਡ ਸੇਵ ਦੈਟ ਲਾਈਫ। ਉਹ ਲੇਡੀ ਹਲੇ ਵੀ ਪਿੰਡ ਰਹਿੰਦੀ ਹੈ, ਕਿਤੇ ਆਂਦੀ ਹੈ ਤਾਂ ਕੁਛ ਉਹ ਕਦੇ ਗੁੜ ਲੈ ਕੇ ਆਉਂਦੀ ਹੈ, ਕਦੇ ਆਪਣੇ ਵਜੋਂ ਜੋ ਵਧੀਆ ਕਰ ਸਕਦੀ ਹੈ, ਕਦੇ ਚੌਲ ਲੈ ਕੇ ਆਉਂਦੀ ਹੈ ਬਣਾ ਕੇ। ਸੋ ਦੈਟਸ ਵਾਟ ਆਈ ਐਮ ਟਰਾਈਂਗ ਟੂ ਸੇ ਵੀ ਉਹ ਉਹਦੇ ਨਾਲੋਂ ਵੱਡੀ ਫੀਲਿੰਗ ਹੀ ਨਹੀਂ ਹੈ ਕੋਈ। ਸੋ ਦਿਸ ਇਜ਼ ਵਨ ਇੰਸੀਡੈਂਟ, ਬਟ it's actually n number of patients who actually give respect to us for saving their life। ਜਿੱਦਾਂ ਜਿੱਦਾਂ ਅਸੀਂ ਗੱਲਾਂ ਕਰਦੇ ਜਾਵਾਂਗੇ ਤੁਹਾਨੂੰ ਹੋਰ ਵੀ ਕਿੱਸੇ ਯਾਦ ਆਉਂਦੇ ਜਾਣਗੇ। ਡਾਕਟਰ ਸਾਹਿਬ, ਇੱਕ ਸਾਡੇ ਸਮਾਜ ਦੀ ਬਹੁਤ ਵੱਡੀ ਤਰਾਸਦੀ ਹੈ, ਤਰਾਸਦੀ ਇਹ ਕਿ ਅਸੀਂ ਡਾਕਟਰਸ ਨਾਲੋਂ ਆਪਣੇ ਆਪ ਨੂੰ ਜ਼ਿਆਦਾ ਡਾਕਟਰ ਸਮਝਣ ਲੱਗ ਗਏ ਹਾਂ। ਜਦੋਂ ਅਸੀਂ ਥੋੜ੍ਹਾ ਬਹੁਤਾ ਪੜ੍ਹ ਲਿਖ ਜਾਂਦੇ ਹਾਂ, ਜਾਂ ਹੁਣ ਮੰਨ ਲਓ ਸਾਨੂੰ ਕਿਤੇ ਡਾਕਟਰ ਕੋਲ ਜਾਣ ਦੀ ਜ਼ਰੂਰਤ ਪੈ ਗਈ, ਕਿਸੇ ਨੂੰ ਹਾਰਟ ਅਟੈਕ ਆ ਗਿਆ, ਤੁਸੀਂ ਜੋ ਦਵਾਈਆਂ ਲਿਖ ਕੇ ਦਿੱਤੀਆਂ, ਉਹਨਾਂ ਦੇ ਫੈਮਿਲੀ ਮੈਂਬਰਸ ਉਹਨੂੰ ਗੂਗਲ 'ਤੇ ਸਰਚ ਕਰਨਗੇ, ਕਿੱਥੇ ਸਰਚ ਕਰਨਗੇ, ਫਿਰ ਕਹਿਣਗੇ ਨਹੀਂ ਡਾਕਟਰ ਸਾਹਿਬ ਤੁਸੀਂ ਇਹ ਗਲਤ ਦਿੱਤੀ ਹੈ, ਸਹੀ ਦਿੱਤੀ ਹੈ, ਇਹਦੀ ਕੁਆਂਟੀਟੀ ਇੰਨੀ ਹੋਣੀ ਚਾਹੀਦੀ ਸੀ। ਜਾਂ ਫਿਰ ਉਹ ਰਿਪੋਰਟਸ ਜਿਹੜੀਆਂ ਨੇ ਉਹ ਕਿਸੇ ਹੋਰ ਡਾਕਟਰਸ ਨੂੰ ਵੀ ਨਾਲ ਦੱਸਣਗੇ, ਕਿਉਂਕਿ ਹਰ ਇੱਕ ਡਾਕਟਰ ਦਾ ਇੱਕ ਸਟੇਟ ਆਫ ਮਾਈਂਡ ਹੁੰਦਾ। ਉਹ ਕਿੰਨੀਆਂ ਚੀਜ਼ਾਂ, ਉਹਦੇ ਵਿੱਚ ਬੇਸ਼ੱਕ ਮੈਡੀਟੇਸ਼ਨ ਹੈ, ਉਹਦੇ 'ਚ ਬੇਸ਼ੱਕ ਸਾਈਕੀ ਹੈ, ਉਹਦੇ 'ਚ ਉਹਦੀ ਆਪਣੀ ਐਜੂਕੇਸ਼ਨ, ਉਹਦੀ ਐਕਸਪੀਰੀਅੰਸ, ਉਹ ਕਾਫੀ ਕੁਛ ਕੋਲੈਬੋਰੇਟ ਹੋ ਕੇ ਇੱਕ ਵਿਊ ਪੁਆਇੰਟ ਨਾਲ ਉਹ ਟਰੀਟ ਕਰਦਾ ਹੈ। ਸੋ ਕਿੰਨਾ ਔਖਾ ਹੋ ਜਾਂਦਾ ਹੈ ਪੜ੍ਹੇ ਲਿਖੇ ਅਨਪੜ੍ਹਾਂ ਨੂੰ ਸਮਝਾਉਣਾ ਜਾਂ ਮੈਨੇਜ ਕਰਨਾ। ਬਿਲਕੁਲ ਠੀਕ ਹੈ, ਇਹ ਚੀਜ਼ਾਂ ਰੋਜ਼ ਵਾਪਰਦੀਆਂ ਨੇ ਪ੍ਰੈਕਟਿਸ ਦੇ ਵਿੱਚ। ਇੱਕ ਜਨਰਲ ਸਟੇਟਮੈਂਟ ਦਿੱਤਾ ਜਾਂਦਾ ਵੀ ਇੰਡੀਆ ਦੇ ਵਿੱਚ ਹਰ ਘਰ ਦੇ ਵਿੱਚ ਕੋਈ ਨਾ ਕੋਈ ਡਾਕਟਰ ਹੈ ਅਤੇ ਕੋਈ ਨਾ ਕੋਈ ਵਕੀਲ ਹੈ, ਅਤੇ ਜਿੱਥੇ ਅਨਕਾਲਡ ਫॉर ਐਡਵਾਈਸ ਫ੍ਰੀ ਮਿਲਦੀ ਹੈ ਤਾਂ ਉੱਥੇ ਕਿਤੇ ਨਾ ਕਿਤੇ ਹਰ ਘਰ ਦੇ ਵਿੱਚ ਕੋਈ ਇਲਾਜ ਕਰਾ ਕੇ ਜਾਏ, ਉਹਨੂੰ ਐਡਵਾਈਸ ਮਿਲ ਜਾਣੀ ਹੈ, ਨਹੀਂ ਉਹਨੂੰ ਵੀ ਹੋਇਆ ਸੀ ਪਿੱਛੇ, ਉਹਦੇ ਕਿਸੇ ਹੋਰ ਰਿਸ਼ਤੇਦਾਰ ਨੂੰ ਇਹ ਹੋਇਆ ਸੀ, ਉਹ ਤਾਂ ਇਸ ਤਰ੍ਹਾਂ ਠੀਕ ਹੋਇਆ ਸੀ, ਇਸ ਤਰ੍ਹਾਂ ਨਹੀਂ ਹੁੰਦਾ, ਇਹ ਡਾਕਟਰ ਐਵੇਂ ਮਾਰਦੇ ਨੇ, ਇਸ ਤਰ੍ਹਾਂ ਹੁੰਦਾ। ਸੋ ਇਹ ਆਈ ਥਿੰਕ ਬੜੇ ਅਨਕਾਲਡ ਫॉर ਸਟੇਟਮੈਂਟਸ ਨੇ, ਇਹਨਾਂ ਦੀ ਕੋਈ ਵੈਲਿਊ ਨਹੀਂ ਹੈ। ਅੱਜ ਕੱਲ੍ਹ ਇਹਨਾਂ ਨੂੰ ਗੂਗਲ ਡਾਕਟਰਸ ਕਹਿੰਦੇ ਨੇ ਸਾਰਿਆਂ ਨੂੰ। ਸੋ ਬਟ ਇਹ ਹੈ ਵੀ ਅਸੀਂ ਲੋਕ ਸਾਇੰਟੀਫਿਕ ਤਰੀਕੇ ਨਾਲ ਸੋਚ ਕੇ ਸਾਨੂੰ ਇਲਾਜ ਕਰਨਾ ਹੁੰਦਾ ਹੈ, ਔਰ ਬੜੇ ਸਾਰੇ ਟਾਈਮ ਇਹ ਸਾਰੀ ਸਟੇਟਮੈਂਟਸ ਨੂੰ ਅੰਡਰ ਪਲੇ ਕਰਕੇ, ਪੇਸ਼ੈਂਟ ਨੂੰ ਕਨਵਿੰਸ ਕਰਕੇ, ਸਮਝਾ ਕੇ, ਕਾਉਂਸਲਿੰਗ ਕਰਕੇ ਉਹਨਾਂ ਦਾ ਇਲਾਜ ਉਹਨਾਂ ਲਾਈਨ 'ਤੇ ਲੈ ਕੇ ਆਉਣਾ ਪੈਂਦਾ ਹੈ। ਉਹਦੇ ਵਿੱਚ ਬੜੀ ਪੇਸ਼ੈਂਸ ਦੀ ਲੋੜ ਹੈ, ਬੜਾ ਟੈਂਪਰਾਮੈਂਟ ਦੀ ਲੋੜ ਹੈ, ਜਿਹੜਾ ਮੈਡੀਕਲ ਪ੍ਰੋਫੈਸ਼ਨ ਦਾ ਮੇਨ ਇੱਕ ਕੰਪੋਨੈਂਟ ਹੈ ਅੱਜ ਕੱਲ੍ਹ ਦੇ ਜ਼ਮਾਨੇ 'ਚ, ਦੈਟ ਡਾਕਟਰ ਕੈਨ ਨਾਟ ਬੀ ਇੰਪੇਸ਼ੈਂਟ ਔਰ ਕੈਨ ਨਾਟ ਹੈਵ ਅ ਰਾਈਟ ਟੂ ਗੈਟ ਐਂਗਰੀ ਵਿਦ ਦ ਪੇਸ਼ੈਂਟ। ਪੇਸ਼ੈਂਟ ਤੁਹਾਨੂੰ ਜੋ ਵੀ ਸੁਣਾਉਂਦਾ ਰਹੇ, ਜੋ ਵੀ ਕੁਛ ਇੱਧਰ ਉੱਧਰ ਦੀ ਚਲਾਵੇ, ਬਟ good doctor's responsibility is to be calm with the patient and make him understand about each and every pros and cons of the disease and the treatment। ਉਹ ਪੇਸ਼ੈਂਟਸ ਨਾਲ ਚੱਲੋਗੇ ਤਾਂ ਬੜੇ ਸਾਰੇ ਪੇਸ਼ੈਂਟ 90% 95% ਪੇਸ਼ੈਂਟਸ ਉਹਨੂੰ ਚੰਗੀ ਤਰ੍ਹਾਂ ਸਮਝਦੇ ਨੇ ਅਤੇ ਇਲਾਜ ਵੀ ਕਰਦੇ ਨੇ। ਡਾਕਟਰ ਸਾਹਿਬ, ਜਦੋਂ ਹੀ ਪੜ੍ਹਾਈ ਕੰਪਲੀਟ ਹੋ ਜਾਂਦੀ ਹੈ, ਪ੍ਰੋਫੈਸ਼ਨ ਵਿੱਚ ਆਉਣ ਤੋਂ ਪਹਿਲਾਂ ਜਾਂ ਇੱਕ ਪਰਟੀਕੂਲਰ ਔਰ ਵਧੀਆ ਜੋਬ ਨੂੰ ਜੁਆਇਨ ਕਰਨ ਤੋਂ ਪਹਿਲਾਂ, ਕੀ ਇਸ ਤਰ੍ਹਾਂ ਦਾ ਕੁਝ ਸਮਝਾਇਆ ਜਾਂਦਾ ਹੈ ਡਾਕਟਰਸ ਨੂੰ, ਜਿਵੇਂ ਜੇਕਰ ਤੁਸੀਂ ਪੁਲਿਸ ਵਿੱਚ ਜਾ ਰਹੇ ਹੋ ਤਾਂ ਸ਼ਪਥ ਲੈਣੀ ਪੈਂਦੀ ਹੈ, ਜਾਂ ਇਸ ਤਰ੍ਹਾਂ ਦੇ ਐਥਿਕਸ ਜਿਹੜੇ ਨੇ ਵੀ ਉਸ ਟਾਈਮ ਵੀ ਬੰਦੇ ਨੂੰ ਯਾਦ ਆਵੇ ਵੀ ਮੈਂ ਉਹ ਸਹੁੰ ਖਾਧੀ ਸੀ? ਕਿਉਂਕਿ ਇੱਕ ਕੌੜੀ ਸੱਚਾਈ ਇਹ ਵੀ ਹੈ ਕਿ ਬਹੁਤ ਸਾਰੇ ਹੌਸਪੀਟਲਸ ਦੇ ਵਿੱਚ ਪਿੱਛੇ ਜੇ, ਕਿਉਂਕਿ ਹੁਣ ਕਰੋਨਾ ਕਰਕੇ ਕਾਫੀ ਡਿਪਰੈਸ਼ਨ ਰਿਹਾ, ਕਾਫੀ ਮਾੜਾ ਹਾਲ ਰਿਹਾ, ਅਤੇ ਡਾਕਟਰਸ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਮਾੜਾ ਬਿਹੇਵ ਵੀ ਕਰਦੇ ਰਹੇ ਪੇਸ਼ੈਂਟਸ ਨਾਲ। ਹਾਂ, ਪਹਿਲੀ ਗੱਲ ਇਹ ਹੈ ਵੀ ਹਿਪੋਕ੍ਰੇਟਿਕ ਓਥ ਹੁੰਦੀ ਹੈ ਜਿਹੜੀ ਮੈਡੀਕਲ ਪ੍ਰੋਫੈਸ਼ਨ ਕੰਪਲੀਟ ਹੋਣ 'ਤੇ ਅਸੀਂ ਸਭ ਲੋਕ ਲੈਂਦੇ ਹਾਂ। ਮੇਨ ਕੰਪੋਨੈਂਟ ਹਿਪੋਕ੍ਰੇਟਿਕ ਓਥ ਦਾ ਇੱਕੋ ਹੀ ਹੈ ਵੀ ਅਸੀਂ ਆਪਣੇ ਐਥਿਕਸ ਦੇ ਨਾਲ ਕੰਮ ਕਰਨਾ ਹੈ, ਆਪਣੇ ਸੈਲਫ ਇੰਟਰਸਟ ਨੂੰ ਕਦੇ ਅੱਗੇ ਨਹੀਂ ਲੈ ਕੇ ਆਉਣਾ, ਪੇਸ਼ੈਂਟ ਨੂੰ ਹਮੇਸ਼ਾ ਪ੍ਰਾਇਮਰੀ ਰੱਖ ਕੇ ਔਰ ਸੈਲਫਲੈਸ ਹੋ ਕੇ ਕੰਮ ਕਰਨਾ ਹੈ, ਪੇਸ਼ੈਂਟ ਦੀ ਜਾਨ ਬਚਾਉਣੀ ਹੈ। ਸੋ ਉਹ ਚੀਜ਼ ਹਮੇਸ਼ਾ ਮਾਈਂਡ 'ਚ ਰੱਖ ਕੇ ਡਾਕਟਰਸ ਚੱਲਦੇ ਨੇ। ਆਈ ਥਿੰਕ ਹਲੇ ਵੀ ਮੈਂ ਇਹ ਮੰਨਦਾ ਵੀ 99% ਡਾਕਟਰਸ ਐਥੀਕਲੀ ਸੋਚ ਕੇ ਪੇਸ਼ੈਂਟ ਨੂੰ ਪ੍ਰਾਇਮਰੀ ਰੱਖ ਕੇ ਹੀ ਇਲਾਜ ਕਰਦੇ ਨੇ, ਹੋਰ ਚੀਜ਼ਾਂ ਨੂੰ ਅੱਗੇ ਨਹੀਂ ਆਉਣ ਦਿੰਦੇ। 1% ਕੈਨ ਬੀ ਬਲੈਕ ਸ਼ੀਪ, ਸੋ ਆਈ ਕਾਂਟ ਸੇ, ਬਟ ਉਹ 1% ਨੂੰ ਸੋਚ ਕੇ ਤੁਸੀਂ 99% ਨੂੰ ਸਭ ਨੂੰ ਸੇਮ ਦਾਇਰੇ 'ਚ ਨਹੀਂ ਰੱਖ ਸਕਦੇ। ਬਿਲਕੁਲ। ਜੇ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਹੋਵੇ ਤਾਂ ਜਾਓ ਗੱਲ ਕਰੋ ਵੀ ਇਸ ਤਰ੍ਹਾਂ ਸਾਨੂੰ ਐਕਸਪਲੇਨ ਨਹੀਂ ਹੋਇਆ, ਸਾਨੂੰ ਕਮਿਊਨੀਕੇਸ਼ਨ ਗੈਪਸ ਰਹਿ ਗਏ, ਜਾਂ
ਡਾਕਟਰ ਨਾਲ ਕੋਈ ਰੰਜਿਸ਼ ਹੈ ਤਾਂ ਉਹਨੂੰ ਤੁਸੀਂ ਸੋਲਵ ਕਰ ਲਓ। ਬਟ ਮੈਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹਾਂ ਵੀ ਡਾਕਟਰਸ ਪ੍ਰਾਈਮਰੀਲੀ ਪੇਸ਼ੈਂਟ ਨੂੰ ਅੱਗੇ ਰੱਖ ਕੇ ਇਲਾਜ ਨਹੀਂ ਕਰਦੇ। ਸਟਿਲ ਦੇ ਆਰ ਡੂਇੰਗ ਸੈਲਫਲੈਸ ਡਿਊਟੀਜ਼। ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਕੀ ਤੁਸੀਂ ਹੋਰ ਕੋਈ ਪ੍ਰੋਫੈਸ਼ਨ ਜਾਣਦੇ ਹੋ ਜਿੱਥੇ ਲਾਈਫ ਕਿਸੇ ਦੀ ਬਚਾਉਣ ਵਾਸਤੇ ਕੋਈ ਵੀ ਡਾਕਟਰ ਰਾਤ ਦੇ 2 ਵਜੇ 3 ਵਜੇ ਆਪਣੀ ਨੀਂਦ ਤੋੜ ਕੇ ਆਪਣਾ ਕੰਫਰਟ ਛੱਡ ਕੇ ਹਸਪੀਟਲ ਖੜਾ ਹੁੰਦਾ? ਮੈਡੀਕਲ ਪ੍ਰੋਫੈਸ਼ਨਲਸ ਇਹ ਬਹੁਤ ਕਰਦੇ ਨੇ। ਆਈ ਹੈਵ ਡਨ ਇਟ ਫॉर 25-30 ਈਅਰਸ। ਬਾਕੀ ਸਾਰੇ ਲੋਕ ਵੀ, ਬਹੁਤ ਸਾਰੇ ਡਾਕਟਰਸ ਨੂੰ ਮੈਂ ਜਾਣਦਾ ਜਿਹੜੇ ਮੇਰੇ ਸਫੀਅਰ 'ਚ ਨੇ, ਦੇ ਆਰ ਨੋਟ ਥਿੰਕਿੰਗ, ਜਦੋਂ ਕਿਸੇ ਦੇ ਜਾਨ ਬਚਾਉਣ ਦੀ ਟਾਈਮਿੰਗ ਹੈ, ਦੇ ਵੋਂਟ ਥਿੰਕ ਵੀ ਮੇਰੇ ਬੱਚੇ ਦਾ ਬਰਥਡੇ ਹੈ, ਮੈਂ ਰਾਤੀ ਸੁੱਤਾ ਪਿਆ ਸੀ, ਮੈਂ ਥੱਕਿਆ ਹੋਇਆ, ਮੈਂ ਨਹੀਂ ਜਾਣਾ। ਨੋਬਡੀ ਥਿੰਕਸ ਆਫ ਦੈਟ। ਜੇ ਉਹਨਾਂ ਨੂੰ ਕਾਲ ਆਉਂਦੀ ਹੈ ਵੀ ਉਹਨੂੰ ਇਹ ਲੱਗਦਾ ਹੈ ਪੇਸ਼ੈਂਟ ਦੇ ਪ੍ਰੋਸੀਜਰ ਕਰਨ ਨਾਲ ਬਚ ਸਕਦਾ, he will make himself or herself ready for the patient directly at any awkward time also. This is well known. So I think 99% ਡਾਕਟਰਸ ਨੂੰ ਸੈਲੂਟ ਹੈ, ਉਹ ਬੜਾ ਸੈਲਫਲੈਸ ਕੰਮ ਕਰ ਰਹੇ ਨੇ ਔਰ ਪੇਸ਼ੈਂਟਸ ਦੀ ਜਾਨ ਬਚਾਉਣ ਵਾਸਤੇ ਉਹਨਾਂ ਨੂੰ ਪ੍ਰਾਇਮਰੀ ਸੋਚ ਕੇ ਹੀ ਅੱਗੇ ਵਧਦੇ ਨੇ। ਜੀ, ਇਹ ਬਹੁਤ ਖੂਬਸੂਰਤ ਗੱਲ ਡਾਕਟਰ ਸਾਹਿਬ ਨੇ ਕਹੀ ਹੈ ਕਿ ਜਾਨ ਨਾਲੋਂ ਵੱਡੀ ਚੀਜ਼ ਖਾਸ ਕਰ ਇੱਕ ਡਾਕਟਰ ਵਾਸਤੇ ਕੁਝ ਨਹੀਂ ਹੋ ਸਕਦੀ। ਡਾਕਟਰ ਸਾਹਿਬ, ਤੁਹਾਡੀ ਫੀਲਡ ਦੀ ਗੱਲ ਕਰੀਏ, ਖਾਸ ਕਰ ਤੁਸੀਂ ਹਾਰਟ ਨੂੰ ਦੇਖਦੇ ਹੋ, ਇੱਕ ਕਾਰਡੀਓਲੋਜਿਸਟ ਹੋ। ਅੱਜ ਕੱਲ੍ਹ ਸਾਡਾ ਖਾਣ ਪਾਣ ਕਿਸ ਤਰ੍ਹਾਂ ਦਾ ਹੋ ਗਿਆ? ਬਹੁਤ ਸਾਰੇ ਟੀਵੀਜ਼ ਦੇ ਉੱਤੇ ਵੈਦ ਬੈਠਦੇ ਹੈ ਜਾਂ ਡਾਕਟਰਸ ਬੈਠਦੇ ਹੈ। ਅੱਜ ਕੱਲ੍ਹ ਮੈਂ ਹਾਲੇ ਸੁਣ ਰਹੀ ਸੀ ਟੀਵੀ 'ਤੇ ਕਿ ਤੁਸੀਂ ਸਵਾਂਗ ਕੰਗਣੀ ਜੋ ਮਿਲਟਸ ਨੇ, ਤੁਸੀਂ ਇਹੀ ਖਾਓ, ਤੁਸੀਂ ਰਿਵਾਇਤੀ ਖਾਣੇ ਛੱਡ ਦਿਓ। ਮਤਲਬ ਉਹਨਾਂ ਨੂੰ ਛੱਡ ਕੇ ਕਿ ਅਸੀਂ ਆਪਣਾ ਲਾਈਫ ਸਟਾਈਲ ਸੁਧਾਰ ਕੇ ਹੀ ਠੀਕ ਰਹਿ ਸਕਦੇ ਹਾਂ, ਜਾਂ ਇੱਕ ਬੈਲੈਂਸ ਬਣਾ ਕੇ ਕਿਵੇਂ ਰੱਖਿਆ ਜਾ ਸਕੇ? ਬਿਲਕੁਲ, ਬਹੁਤ ਇੰਪੋਰਟੈਂਟ ਹੈ ਇਹ ਸਮਝਣਾ ਵੀ ਕਾਰਡੀਓਲੋਜੀ ਨੂੰ ਜੇ ਦੇਖੀਏ ਤਾਂ ਦਿਲ ਦੇ ਰੋਗ 'ਚ ਬਹੁਤ ਇਜ਼ਾਫਾ ਹੋ ਰਿਹਾ ਹੈ, ਬਹੁਤ ਤੇਜ਼ ਗਤੀ ਨਾਲ ਹਾਰਟ ਅਟੈਕਸ ਹੋ ਰਹੇ ਨੇ, ਔਰ ਖਾਸ ਕਰ ਇੰਡੀਅਨ ਪਾਪੂਲੇਸ਼ਨ is highly vulnerable for heart disease, genetically and environmentally both. So genetics ਤਾਂ ਅਸੀਂ ਚੇਂਜ ਨਹੀਂ ਕਰ ਸਕਦੇ, ਬਟ environmentally ਆਪਾਂ ਲਾਈਫ ਸਟਾਈਲ ਨੂੰ ਚੇਂਜ ਕਰਕੇ ਬਹੁਤ ਹੱਦ ਤੱਕ ਦਿਲ ਤੇ ਰੋਗਾਂ 'ਤੇ ਜਾਂ ਹਾਰਟ ਅਟੈਕ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਸੋ ਜਦੋਂ ਅਸੀਂ ਲਾਈਫ ਸਟਾਈਲ ਦੀ ਗੱਲ ਕਰਦੇ ਹਾਂ, 2 ਮੇਨ ਚੀਜ਼ਾਂ ਆਉਂਦੀਆਂ ਨੇ, ਇੱਕ ਹੈ ਡਾਈਟ, ਇੱਕ ਹੈ ਐਕਸਰਸਾਈਜ਼। ਜੀ। ਸੋ ਡਾਈਟ ਬਹੁਤ ਬਦਤਰ ਹੋਈ ਹੈ ਪਿਛਲੇ 10 ਸਾਲਾਂ 'ਚ। ਅੱਜ ਕੱਲ੍ਹ ਤੁਸੀਂ ਕਿਸੇ ਬੱਚੇ ਨੂੰ ਦੇਖੋ, ਉਹਦੇ ਸਕੂਲ ਕੈਂਟੀਨ 'ਚ ਜਾਓ, ਨੂਡਲਸ ਜਾਂ ਟਿੱਕੀ ਤੋਂ ਇਲਾਵਾ ਕੁਛ ਨਹੀਂ ਮਿਲਦਾ ਉੱਥੇ। ਕਦੇ ਤੁਸੀਂ ਦੇਖਿਆ ਵੀ ਕਿਸੇ ਸਕੂਲ ਦੀ ਕੈਂਟੀਨ 'ਚ ਸੇਬ ਮਿਲ ਰਿਹਾ ਹੋਵੇ ਜਾਂ ਔਰੇਂਜ ਮਿਲ ਰਿਹਾ ਹੋਵੇ? ਕੋਈ ਫਰੂਟਸ ਨਹੀਂ ਮਿਲੇਗਾ, ਸਭ ਤਲੀਆਂ ਚੀਜ਼ਾਂ ਹੀ ਮਿਲਣਗੀਆਂ। ਵੱਡਿਆਂ ਦੀ ਗੱਲ ਕਰੋ ਤਾਂ ਵੀ ਬਰਗਰਸ, ਪੀਜ਼ਾਸ ਇਹੀ ਚੱਲਦੇ ਨੇ। ਸੋ ਪ੍ਰੈਕਟੀਕਲੀ in modern era it's dominantly junk food eating or deep fried stuff eating, I would say. और deep fried ਜਾਂ junk eating ਸਾਡੇ ਅੰਦਰ ਬਹੁਤ ਫੈਟਸ ਜਾਂ ਕੋਲੈਸਟਰੋਲ ਵਧਾਉਂਦਾ ਸਾਡੀ ਬਾਡੀ 'ਚ, ਔਰ ਉਹ ਕੋਲੈਸਟਰੋਲ ਔਰ ਫੈਟ ਹੀ ਦਿਲ ਦੀਆਂ ਧਮਨੀਆਂ ਦੇ ਵਿੱਚ ਜਾ ਕੇ ਜਮਾਵਟ ਕਰਦਾ ਅਤੇ ਉਹ ਬਲੋਕੇਜ ਪੈਦਾ ਕਰਕੇ ਹਾਰਟ ਅਟੈਕ ਕਰਦਾ। ਸੋ ਜੇ ਸਿੰਪਲੀ ਆਪਾਂ ਇਹ ਫੈਟ ਜਾਂ ਡੀਪ ਫਰਾਈਡ ਸਟੱਫ 'ਚ ਕਟੌਤੀ ਕਰ ਦਈਏ, ਰਿਸਟ੍ਰਿਕਸ਼ਨ ਕਰਦੀ ਹੈ ਖਾਣ ਪਾਣ ਦੇ ਵਿੱਚ ਇਹ ਚੀਜ਼ਾਂ ਦੀ, ਔਰ ਉਹਨੂੰ ਫਰੂਟਸ ਜਾਂ ਵੈਜੀਟੇਬਲਸ ਜਾਂ ਸੈਲਡ ਨਾਲ ਰਿਪਲੇਸ ਕਰਦੀ ਹੈ, ਜੀ, 30 ਤੋਂ 40% ਆਪਾਂ ਹਾਰਟ ਡਿਜ਼ੀਜ਼ ਨੂੰ ਘਟਾ ਸਕਦੇ ਹਾਂ ਸੋਸਾਇਟੀ 'ਚ। ਜੀ। ਸੋ ਇਟਸ ਅ ਵੈਰੀ ਬਿਗ ਸਟੇਟਮੈਂਟ, ਬਟ ਦੈਨ ਪ੍ਰੋਬਲਮ ਇਜ਼ ਵੀ ਆਰ ਸਲੇਵ ਟੂ ਆਰ ਟੰਗ। ਐਗਜ਼ੈਕਟਲੀ। ਸੋ ਅਸੀਂ ਲੋਕ ਜਾਂ ਤਾਂ ਪੰਜਾਬ 'ਚ ਵੀ ਦੇਖੋ ਤਾਂ ਜਿਹੜਾ ਪਰੌਂਠਾ ਖਾਣ ਦੀ ਆਦਤ ਹੈ ਉਹ ਵੀ ਡੀਪ ਫਰਾਈਡ ਹੁੰਦਾ, ਪਕੌੜੇ ਖਾਣ ਦਾ ਸਭ ਨੂੰ ਸ਼ੌਂਕ ਹੈ ਚਾਹ ਦੇ ਨਾਲ। ਸੋ ਇਹ ਥੋੜ੍ਹੀ ਜਿਹੀ ਚੀਜ਼ਾਂ ਜੇ ਡੀਪ ਫਰਾਈਡ ਆਈਟਮਸ ਨੂੰ ਆਪਾਂ ਰੈਸਟ੍ਰਿਕਟ ਕਰ ਦਈਏ, ਬਾਹਰਲਾ ਤਲਿਆ ਹੋਇਆ ਚੀਜ਼ਾਂ ਨੂੰ ਹੋਰ ਘਟਾ ਦਈਏ, ਤਾਂ ਉਹਦੀ ਥਾਂ 'ਤੇ ਫਰੂਟਸ ਜਾਂ ਸੈਲਡਸ ਜਾਂ ਵੈਜੀਟੇਬਲਸ ਦਾ ਸੇਵਨ ਕਰੀਏ, ਇਟ ਗੋਜ਼ ਅ ਲੌਂਗ ਵੇ ਇਨ ਕਰਟੇਲਿੰਗ ਦਾ ਹਾਰਟ ਡਿਜ਼ੀਜ਼ ਇਨ ਦਾ ਸੋਸਾਇਟੀ। ਅਤੇ ਦੂਜਾ ਹੈ ਸਿਗਰਟ ਸਮੋਕਿੰਗ ਬੰਦ ਹੋਣੀ ਚਾਹੀਦੀ ਹੈ। ਅਤੇ ਇਹਦੇ ਨਾਲ ਜੇ ਹਫ਼ਤੇ 'ਚ ਐਟਲੀਸਟ 5 ਦਿਨ 40 ਤੋਂ 50 ਮਿੰਟ ਦੀ ਐਕਸਰਸਾਈਜ਼ ਸ਼ੁਰੂ ਹੋ ਜਾਵੇ, ਈਵਨ ਬੈਟਰ। ਸੋ ਹਾਰਟ ਡਿਜ਼ੀਜ਼ ਕੈਨ ਫਰਦਰ ਬੀ ਇੰਪਰੂਵਡ। ਜੀ ਡਾਕਟਰ ਸਾਹਿਬ, ਇਸ ਤੋਂ ਇਲਾਵਾ ਜਿਵੇਂ ਹੁਣ ਅਸੀਂ ਰਿਵਾਇਤੀ ਖਾਣੇ ਜੋ ਖਾਂਦੇ ਹਾਂ, ਸਾਡੇ ਘਰ ਦਾ ਦਾਲ ਫੁਲਕਾ ਹੈ, ਉਸ ਨੂੰ ਸਹੀ ਸਮਝਦੇ ਹੋ? ਹਾਂ ਬਿਲਕੁਲ। ਜੇ ਆਪਾਂ ਹੋਰ ਡੈਪਥ 'ਚ ਗੱਲ ਕਰੀਏ ਤਾਂ ਸਬਜ਼ੀਆਂ ਸਾਰੀਆਂ ਸਹੀ ਨੇ, ਹਰੀ ਸਬਜ਼ੀਆਂ, ਦਾਲਾਂ, ਸਭ ਦਾ ਸੇਵਨ ਕਰਨਾ ਚਾਹੀਦਾ ਚੰਗਾ। ਸਪੈਸ਼ਲੀ ਡਾਇਬਟਿਕ ਪੇਸ਼ੈਂਟਸ ਨੇ, ਕਿਉਂਕਿ ਹਾਰਟ ਡਿਜ਼ੀਜ਼ ਡਾਇਬਟੀਜ਼ ਪੇਸ਼ੈਂਟਸ ਦੇ ਵਿੱਚ ਬਹੁਤ ਹੁੰਦੀ ਹੈ,
ਤਾਂ ਡਾਇਬਟਿਕ ਪੇਸ਼ੈਂਟਸ ਦੇ ਵਿੱਚ ਜਿਹੜਾ ਰਾਈਸ ਇਨਟੇਕ ਹੈ, ਚਾਵਲ ਦਾ ਇਨਟੇਕ ਹੈ, ਜਾਂ ਐਕਸੈਸਿਵ ਵੀਟ ਇਨਟੇਕ ਜੀ, ਉਹ ਵੀ ਕਿਤੇ ਨਾ ਕਿਤੇ ਗਲੂਕੋਜ਼ ਨੂੰ ਵਧਾਉਂਦਾ ਹੈ। ਸੋ ਰਾਈਸ and wheat intake should also be restricted, especially in diabetic patients. ਮੈਂ ਨਹੀਂ ਕਹਿ ਰਿਹਾ ਵੀ ਸੀ ਪੰਜਾਬ we thrive on wheat ਜੀ। ਸੋ ਚਪਾਤੀ ਰੋਟੀ ਹਰੇਕ ਘਰ ਦੇ ਵਿੱਚ ਖਾਣੇ ਦਾ ਇੱਕ ਕੰਪਲਸਰੀ ਅੰਗ ਹੈ, ਤਾਂ ਉਹ ਪਰ ਉਹਨੂੰ ਰਿਸਟ੍ਰਿਕਟਿਡ ਅਮਾਊਂਟ 'ਚ ਹੀ ਲੈਣ। ਮੈਂ ਆਪਣੇ ਸਾਰੇ ਪੇਸ਼ੈਂਟਸ ਨੂੰ ਕਹਿੰਦਾ ਦਿਨ ਦੇ ਵਿੱਚ 2 ਚਪਾਤੀਆਂ ਤੇ ਜੇ ਤੁਸੀਂ 2 ਕਟੋਰੀ ਸਬਜ਼ੀ ਖਾਂਦੇ ਹੋ ਉਹਨੂੰ 5 ਕਟੋਰੀ ਕਰ ਦਿਓ ਜੀ। ਸਿੰਪਲੀ ਜੇ ਤੁਸੀਂ ਇਹ 2 ਚੀਜ਼ਾਂ ਕਰ ਲਓ ਤਾਂ ਤੁਸੀਂ ਹੋਰ ਬੈਟਰ ਫੀਲ ਕਰੋਗੇ, ਡਾਇਬਟੀਜ਼ ਦਾ ਇੰਸੀਡੈਂਸ ਹੋਰ ਘਟ ਜਾਏਗਾ। ਜੇ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਾਂਗੇ ਤਾਂ ਹਾਰਟ ਡਿਜ਼ੀਜ਼ ਆਪਣੇ ਆਪ ਘਟੇਗੀ। ਜੀ ਡਾਕਟਰ ਸਾਹਿਬ, ਐਜ਼ ਐਨ ਐਕਸਪਰਟ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੋ ਹਾਰਟ ਦੀਆਂ ਆਰਟਰੀਜ਼ ਬਲੌਕ ਹੋ ਜਾਂਦੀਆਂ ਨੇ ਤਾਂ ਜਦੋਂ ਉਹਦੀ ਸਟੰਟਿੰਗ ਕਰਕੇ ਉਹਨੂੰ ਖੋਲ੍ਹਿਆ ਜਾਂਦਾ ਹੈ ਤਾਂ ਜੇ ਫਿਰ ਵੀ ਡਾਈਟ ਨਾ ਮੇਨਟੇਨ ਹੋਵੇ ਤਾਂ ਦੁਬਾਰਾ ਉਹ 'ਤੇ ਫੈਟਸ ਜਿਹੜੀਆਂ ਉਹ ਜੰਮਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਡਾਕਟਰ ਕਹਿ ਦਿੰਦੇ ਆ ਕਿ ਤੁਸੀਂ ਪਾਣੀ ਦਾ ਸੇਵਨ ਵੀ ਘੱਟ ਤੋਂ ਘੱਟ ਕਰੋ। ਜੇਕਰ ਪਾਣੀ ਦਾ ਸੇਵਨ ਘੱਟ ਕਰਦੇ ਹਾਂ ਤੇ ਹਾਰਟ ਨੂੰ ਬਚਾਉਂਦੇ ਹਾਂ ਤੇ ਬਾਕੀ ਬਾਡੀ 'ਤੇ ਉਹਦਾ ਇਫੈਕਟ ਜਾਂਦਾ ਹੈ, ਕੀ ਕਹੋਗੇ? ਨਹੀਂ, ਦੇਖੋ ਜੇ ਤੁਸੀਂ ਸਟੈਂਟ ਪਾ ਲਿਆ ਜਾਂ ਪੇਸ਼ੈਂਟ ਨੂੰ ਬਾਈਪਾਸ ਹੋ ਗਿਆ ਤਾਂ ਇੱਕ ਗੱਲ ਸਮਝਣੀ ਜ਼ਰੂਰੀ ਹੈ, ਤੁਸੀਂ ਉਸ ਬਲੋਕੇਜ ਨੂੰ ਟਰੀਟ ਕੀਤਾ, ਬਿਮਾਰੀ ਨੂੰ ਟਰੀਟ ਨਹੀਂ ਕੀਤਾ। ਇੱਕ ਥਾਂ ਨੂੰ ਜਿਹੜੀ ਖਰਾਬ ਹੋ ਗਈ ਸੀ ਤੁਸੀਂ ਉਹਨੂੰ ਨਵਾਂ ਬਣਾਤਾ, ਬਟ ਹਲੇ 90% ਏਰੀਆ ਹੋਰ ਪਿਆ, ਬਲੋਕੇਜ ਤਾਂ ਹੋਰ ਵੀ ਕਿਤੇ ਆ ਸਕਦਾ ਜੀ। ਤੇ ਨਾਰਮਲੀ ਮਿਥ ਹੈ। ਮਿਥ ਕੀ ਹੈ ਵੀ ਪੇਸ਼ੈਂਟ ਸੋਚਦਾ ਮੇਰੇ ਤਾਂ ਸਟੈਂਟ ਲੱਗ ਗਿਆ, ਹੁਣ ਮੈਨੂੰ ਕੁਝ ਨਹੀਂ ਹੋ ਸਕਦਾ, ਹੁਣ ਮੈਂ ਜੋ ਮਰਜ਼ੀ ਖਾਵਾਂ। ਇਹ ਨਹੀਂ ਹੋ ਸਕਦਾ। ਤੁਹਾਡਾ ਉਸ ਪੇਸ਼ੈਂਟ ਦਾ ਅੱਗੇ ਲਈ ਦੁਬਾਰਾ ਬਲੋਕੇਜ ਹੋਣ ਦੇ ਕਿੰਨੇ ਚਾਂਸਿਸ ਹੈ, ਕਿੰਨਾ ਰਿਸਕ ਹੈ, ਉਹ ਇਸ 'ਤੇ ਡਿਪੈਂਡ ਕਰਦਾ ਹੈ ਵੀ ਉਹ ਆਪਣੇ ਲਾਈਫ ਸਟਾਈਲ ਨੂੰ ਅੱਗੇ ਕਿਵੇਂ ਚਲਾਉਂਦਾ, ਕੀ ਉਹ ਲਾਈਫ ਸਟਾਈਲ ਦੇ ਵਿੱਚ ਬਦਲਾਵ ਕਰ ਰਿਹਾ ਜਾਂ ਨਹੀਂ ਕਰ ਰਿਹਾ। ਸੋ ਜੇ ਉਹ ਲਾਈਫ ਸਟਾਈਲ ਦੇ ਵਿੱਚ ਬਦਲਾਵ ਕਰਦਾ, ਡਾਈਟ ਅਤੇ ਐਕਸਰਸਾਈਜ਼ ਜਿਵੇਂ ਦੱਸਿਆ, ਤਾਂ ਉਹਦੇ ਅੱਗੇ ਲਈ ਬਲੋਕੇਜ ਦੇ ਚਾਂਸਿਸ ਘੱਟ ਜਾਂਦੇ ਨੇ। ਜੇ ਉਹ ਨਹੀਂ ਕਰਦਾ ਤਾਂ ਚਾਹੇ ਉਹ ਸਟੈਂਟ ਦੇ ਅੰਦਰ ਦੁਬਾਰਾ ਬਲੋਕੇਜ ਆਉਣਾ ਹੋਵੇ, ਚਾਹੇ ਕਿਸੇ ਹੋਰ ਥਾਂ 'ਤੇ ਆਉਣਾ ਹੋਵੇ, ਉਹਦੇ ਚਾਂਸਿਸ ਉਨੇ ਹੀ ਰਹਿਣਗੇ। ਜੀ ਡਾਕਟਰ ਸਾਹਿਬ, ਹਾਰਟ ਅਟੈਕ ਤੋਂ ਪਹਿਲਾਂ ਕਿੰਨੇ ਕੁ ਦਿਨ ਪਹਿਲਾਂ, ਕਿਉਂਕਿ 1-2 ਦਿਨ ਪਹਿਲਾਂ ਤਾਂ ਸਾਨੂੰ ਕੁਛ ਨਾ ਕੁਛ ਸਿੰਪਟਮਸ ਮਿਲਣ ਲੱਗ ਜਾਂਦੇ ਹੈ, ਜਿਵੇਂ ਐਸਿਡਿਟੀ ਦੀ ਪ੍ਰੋਬਲਮ ਹੋਏਗੀ ਜਾਂ ਕਿਤੇ ਨਾ ਕਿਤੇ ਤੁਹਾਨੂੰ ਤਕਲੀਫ ਹੋਏਗੀ ਹੌਲੀ ਹੌਲੀ, ਕਿਉਂਕਿ ਇੱਕਦਮ ਤਾਂ ਕੁਛ ਕਦੇ ਵੀ ਨਹੀਂ ਹੁੰਦਾ। ਸੋ ਹਫ਼ਤਾ 10 ਦਿਨ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਬੋਡੀ ਉਸ ਤਰ੍ਹਾਂ ਦਾ ਇੱਕ ਅਲਾਰਮ ਵੀ ਤੁਹਾਨੂੰ ਕਰਦੀ ਹੈ, ਤਾਂ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਸਮਝਿਆ ਜਾਵੇ? ਦੇਖੋ, ਹਾਰਟ ਅਟੈਕ ਦੇ ਵਾਰਨਿੰਗ ਸਿਗਨਲਸ ਆ ਸਕਦੇ ਨੇ ਕੁਛ ਦੇਰ ਪਹਿਲਾਂ। ਜਿਵੇਂ ਸਭ ਤੋਂ ਵੱਡਾ ਵਾਰਨਿੰਗ ਸਿਗਨਲ ਹੁੰਦਾ ਵੀ ਐਂਜਾਈਨਾ ਹੋਣਾ। ਪੇਸ਼ੈਂਟ ਜਦੋਂ ਐਗਜ਼ਰਟ ਕਰਦਾ, ਜਦੋਂ ਚੱਲਦਾ, ਜਦੋਂ ਪੌੜੀ ਚੜ੍ਹਦਾ ਜਾਂ ਕੋਈ ਹੈਵੀ ਕੰਮ ਕਰਦਾ, ਉਹਨੂੰ ਚੈਸਟ ਦੇ ਵਿੱਚ ਕੁਝ ਡਿਸਕੰਫਰਟ ਆਉਂਦਾ। ਬਹੁਤ ਜ਼ਰੂਰੀ ਹੈ ਹਰ ਪੇਸ਼ੈਂਟ ਨੂੰ ਇਹ ਅਵੇਅਰ ਹੋਣਾ ਦੈਟ ਹੀ ਇਜ਼ ਨਾਟ ਫੀਲਿੰਗ ਗੁੱਡ, ਉਹਨੂੰ ਕੁਛ ਪ੍ਰੋਬਲਮ ਹੋਈ ਹੈ ਅਤੇ ਉਹਨੂੰ ਉਹ ਨਜ਼ਰ ਅੰਦਾਜ਼ ਨਾ ਕਰੇ। ਬੜੇ ਸਾਰੇ ਫੇਟਲ ਹਾਰਟ ਅਟੈਕਸ ਇਸ ਤਰ੍ਹਾਂ ਹੁੰਦੇ ਨੇ ਜਦੋਂ ਪੇਸ਼ੈਂਟ ਆਪਣੇ ਵਾਰਨਿੰਗ ਸਿਗਨਲ ਨੂੰ ਨਹੀਂ ਸੋਚ ਪਾਉਂਦਾ। ਸਾਡੇ ਕੋਲ ਬਹੁਤ ਪੇਸ਼ੈਂਟ ਕਈ ਵਾਰੀ ਇਸ ਤਰ੍ਹਾਂ ਬਰੌਡ ਡੈਡ ਜਾਂ ਕਾਰਡਿਕ ਅਰੈਸਟ ਦੇ ਵਿੱਚ ਆਉਂਦੇ ਨੇ, ਜਦੋਂ ਉਹਨਾਂ ਦੀ ਫੈਮਿਲੀ ਕਹਿੰਦੀ ਹੈ ਵੀ ਹਾਂ ਇਹਨੂੰ 2-3 ਦਿਨ ਤੋਂ ਕੰਪਲੇਨ ਤਾਂ ਕਰ ਰਹੇ ਸੀ ਵੀ ਇੱਥੇ ਕੁਛ ਭਾਰੀ ਲੱਗ ਰਿਹਾ ਜਾਂ ਡਿਸਕੰਫਰਟ ਲੱਗ ਰਿਹਾ, ਬਟ ਅਸੀਂ ਸੋਚਿਆ ਐਸਿਡਿਟੀ ਹੋਏਗਾ। ਇਹ ਬਹੁਤ ਵੱਡੀ ਇੱਕ ਪ੍ਰੋਬਲਮ ਹੈ ਸੋਸਾਇਟੀ ਦੇ ਵਿੱਚ, ਹਾਰਟ ਅਟੈਕ ਦੇ ਮਾਈਲਡ ਸਿੰਪਟਮਸ ਨੂੰ ਐਸਿਡਿਟੀ ਸੋਚਣਾ। ਜੀ, ਕਿਸੇ ਨੂੰ ਵੀ ਜੇ ਸਿੰਪਟਮ ਆ ਰਿਹਾ ਜਿੱਥੇ ਸੈਂਟਰ ਆਫ ਚੈਸਟ ਜਾਂ ਲੈਫਟ ਸਾਈਡ ਆਫ ਚੈਸਟ ਜਾਂ ਲੈਫਟ ਆਰਮ ਦੇ ਵਿੱਚ ਕੁਛ ਡਿਸਕੰਫਰਟ ਜਾਂ ਭਾਰੀਪਨ ਲੱਗ ਰਿਹਾ ਤਾਂ ਪਲੀਜ਼ ਉਹਨੂੰ ਨਜ਼ਰ ਅੰਦਾਜ਼ ਨਾ ਕਰੋ, ਇਗਨੋਰ ਨਾ ਕਰੋ, ਆਪਣੇ ਡਾਕਟਰ ਕੋਲ ਜਾਓ। ਬਹੁਤ ਸਿੰਪਲ ਟੈਸਟ ਨੇ, 1000-2000 'ਚ ਸਾਰੇ ਹੋ ਜਾਂਦੇ ਨੇ। ਜੇ ਉਹ ਟਾਈਮ 'ਤੇ ਪਿਕ ਹੋ ਗਈ ਡਿਜ਼ੀਜ਼ ਤਾਂ ਲਾਈਫ ਕੈਨ ਬੀ ਸੇਵਡ। ਜੀ, ਕਿਉਂਕਿ ਨਹੀਂ ਪਤਾ ਉਹਨੂੰ ਕਿੰਨਾ ਡਿਵਾਸਟੇਟਿੰਗ ਹਾਰਟ ਅਟੈਕ ਹੋ ਸਕਦਾ ਹੈ ਔਰ ਫੇਟਲ ਵੀ ਹੋ ਸਕਦਾ ਹੈ। ਇੱਕ ਹੋਰ ਚੀਜ਼ ਮੈਂ ਇੱਥੇ ਐਡ ਕਰਨਾ ਚਾਹਾਂਗਾ, ਆਪਾਂ ਹਾਰਟ ਦੇ ਬਿਮਾਰੀ ਦੀ ਗੱਲ ਕਰਦੇ ਹਾਂ ਤਾਂ ਹਾਰਟ ਦੀ ਬਿਮਾਰੀ ਇੱਕ ਤਾਂ ਹਾਰਟ ਅਟੈਕ ਹੋ ਗਿਆ ਜਿਹਦੇ ਵਿੱਚ ਹਾਰਟ ਦੀਆਂ ਧਮਨੀਆਂ ਦੇ ਵਿੱਚ ਬਲੋਕੇਜ ਬਣੇ ਤਾਂ ਉਹਦੇ ਕਰਕੇ ਹੋਇਆ। ਇੱਕ ਹਾਰਟ ਦੀ ਬਿਮਾਰੀਆਂ ਹੋਰ ਵੀ ਨੇ ਵੈਲਵ ਦੀਆਂ। ਹਾਰਟ ਦੇ ਵਿੱਚ 4 ਵੈਲਵ ਹੁੰਦੇ ਨੇ, ਉਸ 'ਚੋਂ ਇੱਕ ਵੈਲਵ ਹੈ ਏਓਟਿਕ ਵੈਲਵ। ਏਓਟਿਕ ਵੈਲਵ 60 ਸਾਲ ਤੋਂ ਬਾਅਦ ਬਹੁਤ ਪੇਸ਼ੈਂਟ ਰਿਸਕ 'ਤੇ ਚਲਾ ਜਾਂਦਾ ਵੀ ਉਹ ਸ਼ਰਿੰਕ ਹੋ ਸਕਦਾ, ਕਿਉਂਕਿ ਤੁਸੀਂ ਮੰਨੋ ਏਓਟਿਕ ਵੈਲਵ ਨੇ ਹਰ ਕਾਰਡੀਅਕ ਸਾਈਕਲ ਦੇ ਵਿੱਚ ਇੱਕ ਵਾਰੀ ਖੁੱਲ੍ਹਣਾ ਅਤੇ ਇੱਕ ਵਾਰੀ ਬੰਦ ਹੋਣਾ, ਐਂਡ ਦਿਸ ਇਜ਼ ਅ ਲਾਈਫ ਲੌਂਗ ਪ੍ਰੋਸੈਸ। ਜੀ, ਉਸ 'ਚ ਕੋਈ ਰਿਸਪਾਈਟ ਨਹੀਂ ਹੈ ਵੈਲਵ ਨੂੰ, ਕਦੇ ਉਹ ਰੁਕ ਨਹੀਂ ਸਕਦਾ, ਕਦੇ ਉਹ ਰੈਸਟ ਨਹੀਂ ਕਰ ਸਕਦਾ, ਐਂਡ ਦਿਸ ਗੋਜ਼ ਔਨ ਐਂਡ ਦੇਰ ਇਜ਼ ਸਮ ਸ਼ੀਅਰਿੰਗ ਸਟ੍ਰੈਸ ਔਨ ਦਾ ਵੈਲਵ ਵਿਦ ਐਵਰੀ ਹਾਰਟ ਕੰਟਰੈਕਸ਼ਨ। ਅਤੇ ਜਦੋਂ 60 ਸਾਲ ਤੋਂ ਬੰਦਾ ਟੱਪਦਾ ਤਾਂ ਉਹ ਸਟ੍ਰੈਸ ਕਰਕੇ ਵੈਲਵ ਦੇ ਉੱਪਰ ਉਹ ਮੋਟਾ ਹੋਣ ਲੱਗ ਜਾਂਦਾ, ਨੈਰੋ ਹੋ ਜਾਂਦਾ, ਉਹਨੂੰ ਏਓਟਿਕ ਸਟੀਨੋਸਿਸ ਕਹਿੰਦੇ ਨੇ।
ਸੋ ਏਓਟਿਕ ਸਟੀਨੋਸਿਸ ਵੀ ਜੇ ਠੀਕ ਟਾਈਮ ਤੇ ਪਿਕ ਹੋ ਜੇ ਤਾਂ ਉਹਦਾ ਪੂਰਾ ਇਲਾਜ ਹੈ, ਤਾਂ ਉਹ ਪੇਸ਼ੈਂਟ ਨੂੰ ਬਚਾਇਆ ਜਾ ਸਕਦਾ ਹੈ। ਔਰ ਜੇ ਉਹ ਪਿਕ ਨਹੀਂ ਹੋਇਆ ਤਾਂ ਉਹਦਾ ਵੀ ਕਈ ਵਾਰੀ ਪ੍ਰੈਜੈਂਟੇਸ਼ਨ ਸਡਨ ਕਾਰਡੀਅਕ ਅਰੈਸਟ ਨਾਲ, ਸਡਨ ਕਾਰਡੀਅਕ ਡੈਥ ਨਾਲ ਹੋ ਸਕਦਾ ਹੈ ਜੀ। ਸੋ ਨੋਰਮਲੀ ਏਓਟਿਕ ਸਟੀਨੋਸਿਸ ਦਾ ਹਾਲੇ ਤੱਕ ਇਹ ਮੰਨਿਆ ਜਾ ਰਿਹਾ ਸੀ ਵੀ ਅਸੀਂ ਸਰਜਰੀ ਨਾਲ ਵੈਲਵ ਰਿਪਲੇਸ ਕਰਨਾ ਹੈ, ਬਟ ਹੁਣ ਬੜੀ ਸਾਰੀ ਤਕਨੀਕੀ ਐਡਵਾਂਸਮੈਂਟ ਇਹ ਹੋਈ ਹੈ ਵੀ ਅਸੀਂ ਬਿਨਾਂ ਸਰਜਰੀ ਤੋਂ ਗਰੋਇਨ ਤੋਂ ਜਾ ਕੇ ਹੀ ਉਸ ਵੈਲਵ ਨੂੰ ਪੂਰਾ ਬਦਲ ਦਿੰਦੇ ਹਾਂ। ਔਰ ਇਹ ਲੋਕਾਂ 'ਚ ਅਵੇਅਰਨੈਸ ਨਹੀਂ ਹੈਗੀ ਬਾਹਰ ਹਲੇ। ਸੋ ਬਿਨਾਂ ਸਰਜਰੀ ਤੋਂ ਵੈਲਵ ਪੂਰਾ ਬਦਲਿਆ ਜਾ ਸਕਦਾ ਹੈ, ਔਰ ਜੇ ਠੀਕ ਟਾਈਮ 'ਤੇ ਪਿਕ ਹੋ ਕੇ ਬਦਲਿਆ ਜਾਵੇ ਤਾਂ ਉਹ ਲਾਈਫ ਬਚਾਈ ਜਾ ਸਕਦੀ ਹੈ। ਔਰ ਇਸ ਪ੍ਰੋਸੀਜਰ ਨੂੰ ਟੈਵਰ ਕਹਿੰਦੇ ਨੇ, TAVR, ਪਰਕੁਟੇਨੀਅਸ ਏਓਟਿਕ ਵੈਲਵ ਰਿਪਲੇਸਮੈਂਟ। ਔਰ ਇਹ ਬੜੀ ਅੱਛੀ ਇੱਕ ਸਾਇੰਟੀਫਿਕ ਤਕਨੀਕੀ ਐਡਵਾਂਸਮੈਂਟ ਹੈ ਜਿਹਦੇ ਨਾਲ ਬੜੇ ਸਾਰੇ ਪੇਸ਼ੈਂਟਸ ਨੂੰ ਫਾਇਦਾ ਹੋ ਰਿਹਾ। ਜੀ ਡਾਕਟਰ ਸਾਹਿਬ, ਜਿਹੜੀ ਹਾਰਟ ਡਿਜ਼ੀਜ਼ ਹੈ, ਹਾਰਟ ਅਟੈਕ ਖਾਸ ਕਰ ਗੱਲ ਕਰੀਏ ਤਾਂ ਇਕੱਲਾ ਨਹੀਂ ਹੁੰਦਾ। ਇਹਦੇ ਪਿੱਛੇ ਦੋ ਵੱਡੇ ਮੇਨ ਰੀਜ਼ਨਸ ਨੇ, ਉਹ ਇੱਕ ਡਾਇਬਟੀਜ਼ ਤੇ ਬਲੱਡ ਪ੍ਰੈਸ਼ਰ। ਡਾਇਬਟੀਜ਼ ਦਾ ਜਿਹੜੇ ਲੋਕੀ ਸ਼ਿਕਾਰ ਨੇ ਖਾਸ ਕਰ ਉਹਨਾਂ ਨੂੰ ਹਾਰਟ ਦਾ ਖਤਰਾ ਜ਼ਿਆਦਾ ਹੋ ਜਾਂਦਾ ਹੈ, ਔਰ ਕਈ ਵਾਰੀ ਬਹੁਤ ਜ਼ਿਆਦਾ ਸ਼ੂਗਰ ਵਧਣ ਕਰਕੇ ਹਾਰਟ ਸਿੰਕ ਕਰ ਜਾਂਦਾ ਹੈ ਔਰ ਉਹਨਾਂ ਨੂੰ ਸਿੰਪਟਮਸ ਵੀ ਨਹੀਂ ਪਤਾ ਲੱਗ ਪਾਉਂਦੇ। ਬਿਲਕੁਲ। ਸੋ ਡਾਇਬਟੀਜ਼ ਇੱਕ ਇਹੋ ਜਿਹਾ ਸਬਸੈਟ ਹੈ ਜਿਹਦੇ ਵਿੱਚ ਬੜੇ ਸਾਰੇ ਟਾਈਮ ਹਾਰਟ ਦੀ ਬਿਮਾਰੀ ਦੇ ਸਿੰਪਟਮ ਪੇਸ਼ੈਂਟ ਫੀਲ ਨਹੀਂ ਕਰ ਸਕਦਾ, ਮਹਿਸੂਸ ਨਹੀਂ ਕਰ ਸਕਦਾ। ਉਹਨੂੰ ਚੈਸਟ ਪੇਨ ਨਹੀਂ ਹੁੰਦਾ, ਵਾਰਨਿੰਗ ਸਿਗਨਲ ਤਾਂ ਚੈਸਟ ਪੇਨ ਹੀ ਹੋਏਗਾ। ਹੁਣ ਡਾਇਬਟਿਕ ਪੇਸ਼ੈਂਟ ਦੇ ਵਿੱਚ ਜੇ ਚੈਸਟ ਪੇਨ ਨਹੀਂ ਹੋਇਆ ਔਰ ਸਿੱਧਾ ਹਾਰਟ ਅਟੈਕ ਹੋ ਗਿਆ ਤਾਂ ਉਹ ਫੇਟਲ ਵੀ ਹੋ ਸਕਦਾ ਹੈ। ਕਾਰਨ ਕੀ ਆ ਡਾਇਬਟੀਜ਼ ਪੇਸ਼ੈਂਟ ਦੇ ਵਿੱਚ ਜ਼ਿਆਦਾ ਹਾਰਟ ਡਿਜ਼ੀਜ਼ ਹੋਣ ਦਾ? ਡਾਇਬਟੀਜ਼ ਦੇ ਵਿੱਚ ਕੀ ਹੋ ਰਿਹਾ, ਬਾਡੀ ਦੇ ਵਿੱਚ ਗਲੂਕੋਜ਼ ਵੱਧ ਗਿਆ ਜੀ। ਹੁਣ ਜਿਹੜਾ ਕੋਲੈਸਟਰੋਲ ਹੈ, ਜੇ ਮੰਨ ਲਓ ਆਪਾਂ ਉਹ ਗਲੂਕੋਜ਼ ਉਹਦੇ ਆਸ-ਪਾਸ ਉਹਦੀ ਸਰਫੇਸ ਦੇ ਉੱਪਰ, ਉਹਦੀ ਸਤਹ ਦੇ ਉੱਪਰ ਜੰਮ ਗਿਆ ਤਾਂ ਉਹ ਗਲੂਕੋਜ਼ ਉਹਨੂੰ ਜ਼ਿਆਦਾ ਚਿਪਕਾ ਬਣਾ ਦਿੰਦਾ ਹੈ। ਉਹਦੀ ਚਿਪਕਣ ਦੀ ਟੈਂਡੈਂਸੀ ਜਾਂ ਉਹਦਾ ਰਿਸਕ ਵੱਧ ਜਾਂਦਾ ਹੈ ਧਮਨੀਆਂ ਦੇ ਵਿੱਚ। ਤਾਂ ਉਹ ਸਿੰਪਲੀ ਡਾਇਬਟੀਜ਼ ਮੇਕਸ ਦਾ ਕੋਲੈਸਟਰੋਲ ਮੋਰ ਵਲਨਰੇਬਲ ਟੂ ਐਡਹੀਅਰ, ਉੱਥੇ ਜੰਮਣ ਲੱਗ ਜਾਂਦਾ ਉਹ। ਇਹਦੇ ਕਰਕੇ ਡਾਇਬਟੀਜ਼ ਦੇ ਵਿੱਚ ਹਾਰਟ ਡਿਜ਼ੀਜ਼ ਜ਼ਿਆਦਾ ਹੁੰਦੀ ਹੈ। ਅਤੇ ਉਹਦਾ ਇੱਕੋ ਹੀ ਮੇਨ ਤਰੀਕਾ ਹੈ ਡਾਇਬਟੀਜ਼ ਨੂੰ, ਡਾਇਬਟਿਕ ਪੇਸ਼ੈਂਟ ਨੂੰ ਬਹੁਤ ਜ਼ਰੂਰੀ ਹੈ ਆਪਣਾ ਲਾਈਫ ਸਟਾਈਲ ਨੂੰ ਬਹੁਤ ਮੈਟੀਕੂਲਸ ਕਰਨਾ। ਡੇਲੀ 1 ਘੰਟਾ ਵਾਕ, ਸਾਰਾ ਮਿੱਠਾ ਬੰਦ, ਗਲੂਕੋਜ਼ ਨੂੰ ਚੰਗਾ ਕੰਟਰੋਲ ਦਵਾਈ ਦੇ ਨਾਲ, ਔਰ ਡਾਈਟਰੀ ਫੈਟ ਇਨਟੇਕ ਰਿਸਟ੍ਰਿਕਸ਼ਨ ਐਂਡ ਡੇਲੀ exercise. These are the only methods by which we can actually bring down the incidence of heart disease in diabetic patients. ਜੀ, ਅਗਲਾ ਸਵਾਲ ਥੋੜਾ ਲੀ ਤੋਂ ਹਟ ਕੇ ਹੈ ਪਰ ਸ਼ੂਗਰ ਨਾਲ ਤਾਲਕ ਰੱਖਣ ਵਾਲਾ ਸਵਾਲ ਹੈ ਕਿ ਜਿਵੇਂ ਲੋਕੀ ਕਰੇਲੇ ਦਾ ਜੂਸ ਵਗੈਰਾ ਲੈ ਲੈਂਦੇ ਨੇ ਤਾਂ ਉਹਦੇ ਨਾਲ ਕੀ ਗਲੂਕੋਜ਼ ਦੀ ਮਾਤਰਾ ਘਟਾਈ ਜਾ ਸਕਦੀ ਹੈ? ਕਰੇਲੇ ਦਾ ਜੂਸ ਜਾਂ ਹੋਰ ਬੜੇ ਸਾਰੇ ਐਡਿਡ ਐਡਜੰਕਟਸ ਹੈ ਫੂਡ ਦੇ ਵਿੱਚ ਜਿਹੜੇ ਹੈਲਪ ਕਰਦੇ ਨੇ ਡਾਇਬਟੀਜ਼ ਦਾ ਬੈਟਰ ਕੰਟਰੋਲ ਵਾਸਤੇ। ਆਈ ਐਮ ਨੋਟ ਸੇਇੰਗ ਦੇ ਆਰ ਦਾ ਫੁੱਲ ਟਰੀਟਮੈਂਟ ਫॉर ਹਾਈ ਬਲੱਡ ਸ਼ੂਗਰ, ਬਟ ਯੈਸ ਦੇ ਹੈਲਪ the patient in controlling the blood sugar in a better manner. ਦਵਾਈ ਲੈਣ ਦੀ ਲੋੜ ਹੈ, ਜੇ ਸ਼ੂਗਰ ਉੱਪਰ ਹੈ, ਡਾਇਬਟਿਕ ਪੇਸ਼ੈਂਟ ਹੈ, ਆਪਣੇ ਡਾਕਟਰ ਨਾਲ ਪੂਰਾ ਸੰਪਰਕ ਕਰਕੇ ਰੈਗੂਲਰਲੀ ਦਵਾਈ ਲੈਣਾ ਚਾਹੀਦਾ। ਬਟ ਇਹ ਸਾਰੀ ਚੀਜ਼ਾਂ ਹੈਲਪ ਕਰਦੀਆਂ ਨੇ ਡਾਇਬਟੀਜ਼ ਨੂੰ ਕੰਟਰੋਲ 'ਚ ਰੱਖਣ ਵਾਸਤੇ। ਜੀ ਡਾਕਟਰ ਸਾਹਿਬ, ਗੱਲਾਂ ਬਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਯਕੀਨ ਸਮਾਂ ਵੀ ਕਾਫੀ ਹੋ ਗਿਆ। ਇੱਕ ਦੋ ਸਵਾਲ ਮੈਂ ਹੋਰ ਕਰਾਂਗੀ ਕਿ ਜੋ ਸਟੂਡੈਂਟਸ ਨੇ ਜਿਹੜੇ ਮੈਡੀਕਲ ਫੀਲਡ ਵਿੱਚ ਆ ਰਹੇ ਹੈ, ਕਈ ਵਾਰ ਕੀ ਹੈ ਕਿ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਫੋਰਸ ਕਰਦੇ ਹੈ ਕਿ ਨਹੀਂ ਤੂੰ ਡਾਕਟਰ ਹੀ ਬਣਨਾ, ਡਾਕਟਰ ਹੀ ਬਣਨਾ। ਔਰ ਡਾਕਟਰ ਬਣਨ ਵਾਸਤੇ ਜੋ ਮੈਂ ਸਮਝਦੀ ਹਾਂ ਕਿ ਤੁਹਾਨੂੰ ਮੈਂਟਲੀ ਪ੍ਰਿਪੇਅਰ ਹੋਣਾ ਬਹੁਤ ਜ਼ਰੂਰੀ ਹੈ। ਤਾਂ ਉਸ ਤਰੀਕੇ ਨਾਲ ਬਹੁਤ ਪੈਸੇ ਖਰਚ ਕੇ MBBS ਦੇ ਵਿੱਚ ਦਾਖਲਾ ਵੀ ਕਰਾਇਆ ਔਰ ਪੜ੍ਹਾਈ ਵੀ ਕੋਈ ਸਸਤੀ ਨਹੀਂ ਹੈ। ਉਹ ਤੋਂ ਬਾਅਦ ਵੀ ਕਿਉਂਕਿ ਡਾਕਟਰ ਬਣਨਾ ਅਤੇ ਡਾਕਟਰ ਮਨ ਤੋਂ ਬਣਨਾ, ਦੋਨਾਂ ਚੀਜ਼ਾਂ 'ਚ ਫ਼ਰਕ ਸਮਝਦੇ ਹੋ? ਬਿਲਕੁਲ। ਸੋ ਮੈਡੀਕਲ ਪ੍ਰੋਫੈਸ਼ਨ ਇੱਕ ਬਹੁਤ ਹੀ ਡੈਡੀਕੇਟਿਡ ਪ੍ਰੋਫੈਸ਼ਨ ਹੈ। ਸਿਰਫ ਡਾਕਟਰ ਦੀ ਪੜ੍ਹਾਈ ਕਰਨ ਤੱਕ ਹੀ ਸੀਮਿਤ ਨਹੀਂ ਹੈ। ਪਹਿਲੀ ਗੱਲ ਤਾਂ ਤੁਸੀਂ ਮੰਨੋ MBBS ਇੰਡੀਆ ਦੇ ਵਿੱਚ 4.5 ਸਾਲ ਹੈ, ਫਿਰ 1 ਸਾਲ ਦੀ ਇੰਟਰਨਸ਼ਿਪ ਹੈ, ਫਿਰ 3 ਸਾਲ ਸਪੈਸ਼ਲਾਈਜੇਸ਼ਨ ਨੂੰ ਲੱਗਦੇ ਹੈ। ਜੇ ਸਿੱਧਾ ਕੋਈ ਬਹੁਤ ਇੰਟੈਲੀਜੈਂਟ ਬੰਦਾ ਵਿਦਆਊਟ ਇੰਟਰਪਸ਼ਨ ਵੀ ਜਾਵੇ ਤਾਂ ਵੀ 5.5 ਤੇ 3 8.5 ਹੋ ਗਏ। ਫਿਰ ਸੁਪਰ ਸਪੈਸ਼ਲਾਈਜੇਸ਼ਨ ਕਾਰਡੀਓਲੋਜੀ, ਗੈਸਟਰੋ, ਨਿਊਰੋ ਕਿਸੇ ਨੇ ਅੱਗੇ ਕਰਨਾ ਹੈ ਤਾਂ ਉਹਦੇ ਵਿੱਚ 3 ਸਾਲ ਹੋਰ ਲਾਓ, ਤਾਂ 12 ਸਾਲ ਦੀ ਤਾਂ ਪੜ੍ਹਾਈ ਹੈ। ਐਂਡ ਐਵਰੀ ਐਗਜ਼ਾਮ in medical profession is tough.
ਇਹ ਕਿਹਾ ਜਾਂਦਾ ਹੈ ਵੀ ਸਭ ਤੋਂ ਜ਼ਿਆਦਾ ਕੋਈ ਟਫ ਐਗਜ਼ਾਮ ਹੈ ਤਾਂ ਮੈਡੀਕਲ ਪ੍ਰੋਫੈਸ਼ਨ ਦੇ ਐਗਜ਼ਾਮ ਹੈ। ਸੋ 12-14 ਸਾਲ ਦੀ ਪੜ੍ਹਾਈ, ਉਸ ਤੋਂ ਬਾਅਦ ਤੁਹਾਡੇ ਸਾਹਮਣੇ ਕੀ ਆਉਂਦਾ ਹੈ, ਦਿਨ ਰਾਤ ਤੁਸੀਂ ਆਪਣੇ ਆਪ ਨੂੰ ਡੈਡੀਕੇਟ ਕਰੋ ਪੇਸ਼ੈਂਟਸ ਵਾਸਤੇ। ਸੋ ਇਟ ਇਜ਼ ਅ ਡੈਡੀਕੇਟਿਡ ਸਟੱਫ ਐਂਡ I feel only that person should be becoming a doctor who has a great passion for it, and that passion should be the internal call of that person. ਕਿਸੇ ਨੂੰ ਤੁਸੀਂ ਜ਼ਬਰਦਸਤੀ ਝੋਂਕ ਵੀ ਦਿਓਗੇ ਤਾਂ ਉਹਦਾ ਜੇ ਇੰਟਰਸਟ ਨਹੀਂ ਹੈਗਾ ਤਾਂ ਉਹ ਨਹੀਂ ਕਰ ਪਾਏਗਾ। ਸੋ ਇਟ ਹੈਜ਼ ਟੂ ਬੀ ਅ ਕਾਲ ਇਨਸਾਈਡ, ਬਟ there is not even an ounce of doubt within me that ਜੇ ਕਿਸੇ ਨੂੰ ਇਹਦਾ ਇਹ ਪੈਸ਼ਨ ਹੈ ਤੇ ਆਪਣੇ ਆਪ ਨੂੰ ਉਹ ਚੰਗੀ ਤਰ੍ਹਾਂ ਡੈਡੀਕੇਟ ਕਰਕੇ ਪੇਸ਼ੈਂਟਸ ਲਈ ਪੂਰੀ ਰਿਸਪੌਂਸਿਬਿਲਿਟੀ ਨਾਲ ਝੋਂਕ ਰਿਹਾ ਹੈ ਤਾਂ ਇਸ ਤੋਂ ਵਧੀਆ ਪ੍ਰੋਫੈਸ਼ਨ ਹੋਰ ਕੋਈ ਨਹੀਂ ਹੈ। ਜੀ ਡਾਕਟਰ ਸਾਹਿਬ, ਆਖਰੀ ਸਵਾਲ ਇਹ ਹੈ ਕਿ ਹਾਰਟ ਅਟੈਕਸ ਨੂੰ ਲੈ ਕੇ ਮੈਡੀਕਲ ਸਾਇੰਸ ਦੇ ਵਿੱਚ ਹੁਣ ਕੀ ਕੁਝ ਤਰੱਕੀ ਹੋ ਗਈ ਹੈ, ਕਿਸ ਕਿਸ ਤਰ੍ਹਾਂ ਦੇ ਇਜ਼ਾਫੇ ਹੋਏ ਨੇ, ਕੋਈ ਨਵੀਆਂ ਟੈਕਨੀਕਸ ਆਈਆਂ ਨੇ, ਉਹ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ। ਬਹੁਤ ਸੋ ਮੈਡੀਕਲ ਐਡਵਾਂਸਮੈਂਟਸ ਬਹੁਤ ਜ਼ਿਆਦਾ ਟਾਈਮ ਟੂ ਟਾਈਮ ਹੁੰਦੀਆਂ ਰਹਿੰਦੀਆਂ ਨੇ ਐਂਡ ਆਈ ਐਮ ਰੀਅਲੀ ਪ੍ਰਿਵਿਲੇਜ ਟੂ ਗਿਵ ਅ ਸਟੇਟਮੈਂਟ ਦੈਟ ਕਾਰਡੀਓਲੋਜੀ ਇਜ਼ ਵਨ ਫੀਲਡ ਜਿਹਦੇ ਵਿੱਚ ਐਡਵਾਂਸਮੈਂਟਸ ਬਹੁਤ ਤੇਜ਼ੀ ਨਾਲ ਹੋ ਰਹੀਆਂ ਨੇ, ਅੱਗੇ ਅੱਗੇ ਵਧੀ ਜਾ ਰਹੇ ਹਾਂ ਅਸੀਂ। ਸੋ ਪਹਿਲਾਂ ਤਾਂ ਇਹ ਹੈ ਵੀ ਜਿਹੜੀ ਹਾਰਟ ਅਟੈਕ ਦੇ ਵਿੱਚ ਅਸੀਂ ਉਹ ਧਮਨੀ ਬੰਦ ਹੋਣ ਨੂੰ ਖੋਲ੍ਹਦੇ ਹਾਂ, ਉਹਦੇ ਵਿੱਚ ਨਵੇਂ ਪ੍ਰਕਾਰ ਦੇ ਡਿਵਾਈਸਿਸ ਨੇ ਸਾਡੇ ਕੋਲ, ਬਹੁਤ ਛੋਟੇ ਹਾਰਡਵੇਅਰ ਬੜੇ ਮਿਨੀਚਰਾਈਜ਼ਡ ਹੋ ਗਏ ਨੇ। ਅਸੀਂ ਰੇਡੀਅਲ ਆਰਟਰੀ ਤੋਂ ਕਰ ਦਿੰਦੇ ਹਾਂ, ਅਗਲੇ ਦਿਨ ਜਾਂ 2 ਦਿਨ ਦੇ ਵਿੱਚ ਪੇਸ਼ੈਂਟ ਡਿਸਚਾਰਜ ਵੀ ਹੋ ਜਾਂਦਾ ਹੈ। ਰੇਡੀਅਲ ਤੋਂ ਕਰੀਏ ਚਾਹੇ ਫੀਮਰਲ ਤੋਂ ਕਰੀਏ, ਉਹਦੀ ਕਲੋਜ਼ਰ ਡਿਵਾਈਸਿਸ ਨੇ ਜਿੱਥੋਂ ਅਸੀਂ ਐਕਸੈਸ ਲੈਂਦੇ ਹਾਂ। ਜਿਹੜੇ ਕਲੌਟ ਜੰਮ ਜਾਂਦੇ ਨੇ ਹਾਰਟ ਦੀ ਧਮਨੀਆਂ 'ਚ, ਉਹਨੂੰ ਕੱਢਣ ਦੇ ਨਵੇਂ ਡਿਵਾਈਸਿਸ ਨੇ। ਸੋ there are lots of advancements happening now besides the coronary blockages ਜਿਹਦੇ ਨਾਲ ਹਾਰਟ ਅਟੈਕ ਹੁੰਦਾ ਹੈ। ਜਿਵੇਂ ਮੈਂ ਦੱਸਿਆ ਵੈਲਵੂਲਰ ਪ੍ਰੋਬਲਮਸ ਦੇ ਵਿੱਚ ਬਹੁਤ ਐਡਵਾਂਸਮੈਂਟਸ ਨੇ ਜੀ। ਕਿਸੇ ਨੇ 10 ਸਾਲ ਪਹਿਲਾਂ ਇਹ ਸੋਚਿਆ ਨਹੀਂ ਹੋਣਾ ਵੀ ਬਿਨਾਂ ਸਰਜਰੀ ਤੋਂ ਅਸੀਂ ਵੈਲਵ ਵੀ ਬਦਲ ਸਕਦੇ ਹਾਂ, ਵਿਚ ਇਜ਼ ਅ ਰਿਐਲਿਟੀ ਨਾਓ ਐਂਡ ਆਈ ਟੇਕ ਦਿਸ ਪ੍ਰਾਈਡ in announcing that at Medanta we are leading the way in the nation, the number of procedures in the valvular interventions, non-surgical, and I also have a very big expertise for that. So ਬਹੁਤ ਸਾਰੀ ਚੀਜ਼ਾਂ ਨੇ ਇਸ ਰੀਅਲਮ 'ਚ ਨਹੀਂ ਆਉਣਗੀਆਂ ਵੀ ਆਪਾਂ ਸਾਰਾ ਡਿਸਕਸ ਕਰੀਏ, ਬਟ ਸਭ ਤੋਂ ਵੱਡਾ ਜਿਹੜਾ ਐਡਵਾਂਸਮੈਂਟ ਪਿਛਲੇ 10 ਸਾਲਾਂ 'ਚ ਹੋਇਆ ਉਹ ਇਹੀ ਹੈ that we are standing at a zone where we can replace a valve without a cut on the body. ਬਿਊਟੀਫੁਲ, ਬਹੁਤ ਖੂਬਸੂਰਤ ਗੱਲ ਹੈ। ਡਾਕਟਰ ਸਾਹਿਬ ਜਾਂਦੇ ਜਾਂਦੇ ਕੁਝ ਕਹਿਣਾ ਚਾਹੋ? ਯੈਸ, ਇੱਕ ਚੀਜ਼, ਸੋ ਇਹ ਸਭ ਅਸੀਂ ਲਾਈਫ ਸਟਾਈਲ ਦੀ ਗੱਲਾਂ ਕੀਤੀਆਂ, ਡਾਈਟ ਦੀ ਗੱਲਾਂ ਕੀਤੀਆਂ, ਐਕਸਰਸਾਈਜ਼ ਦੀ ਗੱਲਾਂ ਕੀਤੀਆਂ, ਹਾਰਟ ਡਿਜ਼ੀਜ਼ ਨੂੰ ਕੰਟਰੋਲ ਕਰਨ ਵਾਸਤੇ ਬਹੁਤ ਜ਼ਰੂਰੀ ਨੇ। ਇੱਕ ਹੋਰ ਵੱਡਾ ਫੈਕਟਰ ਹੈ ਜਿਹੜਾ ਬਹੁਤ ਤਹਿਲਕਾ ਮਚਾ ਰਿਹਾ ਹੈ ਹਾਰਟ ਡਿਜ਼ੀਜ਼ ਵਧਾਉਣ ਦੇ ਵਿੱਚ, ਉਹ ਹੈ ਸਟ੍ਰੈਸ ਜੀ। ਸੋ ਅੱਜ ਕੱਲ੍ਹ ਸਭ ਲੋਕ ਸੋਸਾਇਟੀ ਦੇ ਵਿੱਚ ਕੋਈ ਵੀ ਪ੍ਰੋਫੈਸ਼ਨ ਹੋਵੇ ਬਹੁਤ ਸਟ੍ਰੈਸ 'ਚੋਂ ਗੁਜ਼ਰਦੇ ਨੇ। ਉਹਦਾ ਰੀਜ਼ਨ ਹੈ ਕੰਪੀਟੀਸ਼ਨ ਬਹੁਤ ਹੈ। ਕੋਈ ਬਿਜ਼ਨਸਮੈਨ ਹੈ ਤਾਂ ਉਹਦੇ ਲਈ ਬਹੁਤ ਕੰਪੀਟੀਸ਼ਨ ਹੈ, ਕੋਈ ਜੋਬ 'ਚ ਹੈ ਉਹਦੇ ਲਈ ਵੀ ਜੋਬ ਦੇ ਅੰਦਰ ਵੀ ਕੰਪੀਟੀਸ਼ਨ ਹੈ, ਆਪਣੇ ਆਪ ਨੂੰ ਪ੍ਰੂਵ ਕਰਨ ਵਾਸਤੇ, ਦੂਜਿਆਂ ਨਾਲੋਂ ਬਿਹਤਰ ਪ੍ਰੂਵ ਕਰਨ ਵਾਸਤੇ। ਬੱਚਿਆਂ ਦੇ ਵਿੱਚ ਐਜੂਕੇਸ਼ਨ 'ਚ ਬੜਾ ਕੰਪੀਟੀਸ਼ਨ ਹੈ। ਸੋ ਉਹ ਜਿਹੜਾ ਸਟ੍ਰੈਸ ਹੈ ਨਾ ਉਹ ਸਾਨੂੰ ਅੰਦਰ ਖਾ ਰਿਹਾ ਹੈ ਜੀ। ਇਹ ਵੀ ਗੱਲ ਸੱਚ ਹੈ ਵੀ ਜੇ ਅਸੀਂ ਲਾਈਫ ਨੂੰ ਜੀਣਾ ਹੈ ਤਾਂ ਇਹੀ ਤਰੀਕੇ ਨੇ ਔਰ ਸਾਨੂੰ ਉਸ 'ਚੋਂ ਲੰਘ ਕੇ ਹੀ ਅੱਗੇ ਜਾਣਾ ਹੈ। ਸੋ ਦੈਟ ਮੀਨਸ ਕਿ ਅਸੀਂ ਹਮੇਸ਼ਾ ਸਟ੍ਰੈਸ 'ਚ ਰਹੀਏ? ਨਹੀਂ, ਇਹਦੇ ਤਰੀਕੇ ਨੇ, ਇਹਨੂੰ ਆਪਾਂ ਮੈਨੇਜ ਕਰ ਸਕਦੇ ਹਾਂ। ਸਾਨੂੰ ਸਟ੍ਰੈਸ ਮੈਨੇਜ ਕਰਨਾ ਆਉਣਾ ਚਾਹੀਦਾ। ਔਰ ਬੈਸਟ ਗੱਲ ਸਟ੍ਰੈਸ ਮੈਨੇਜ ਕਰਨ ਵਾਸਤੇ ਮੈਂ ਇੱਕੋ ਹੀ ਟਿਪ ਦੇਣਾ ਚਾਹਾਂਗਾ, ਤੁਸੀਂ ਆਪਣੀਆਂ ਗੱਲਾਂ ਪੂਰੀਆਂ ਦਿਲ ਦੀਆਂ ਆਪਣੇ ਅੰਦਰ ਨਾ ਰੱਖੋ। ਜਿਹੜੀ ਵੀ ਤੁਹਾਨੂੰ ਗੱਲ ਅੰਦਰ ਸਟ੍ਰੈਸ ਦੇ ਰਹੀ ਹੈ ਉਹਨੂੰ ਡਿਸਕਸ ਕਰੋ, ਉਹਦੇ ਸੋਲਿਊਸ਼ਨ ਲੱਭਣ ਦੀ ਕੋਸ਼ਿਸ਼ ਕਰੋ ਆਪਣੇ ਫਰੈਂਡਸ ਨਾਲ, ਆਪਣੀ ਫੈਮਿਲੀ ਨਾਲ। ਇਹ ਸਭ ਲੋਕ ਤੁਹਾਡੇ ਵਾਸਤੇ ਬਹੁਤ ਵੱਡੀ ਸਪੋਰਟ ਨੇ। ਉਹਨਾਂ ਨੂੰ ਪੂਰਾ ਡਿਸਕਸ ਕਰੋ ਔਰ ਸਟ੍ਰੈਸ ਨੂੰ ਘਟਾਉਣ ਦੀ ਕੋਸ਼ਿਸ਼ ਕਰੋ। ਇੱਕ ਸ਼ਾਇਰ ਨੇ ਲਿਖਿਆ ਸੀ, ਇਹ ਗੱਲ ਪੂਰੀ ਉਤਰਦੀ ਹੈ ਇਸ 'ਚ। ਇੱਕ ਸ਼ਾਇਰ ਦਾ ਬਾਈਪਾਸ ਸਰਜਰੀ ਹੋਇਆ ਤਾਂ ਉਹਨੇ ਲਿਖਿਆ, ਜੇ ਕਿਤੇ ਕੀਤੀਆਂ ਹੁੰਦੀਆਂ ਖੁੱਲ੍ਹ ਕੇ ਦਿਲ ਦੀਆਂ ਗੱਲਾਂ ਯਾਰਾਂ ਨਾਲ ਤਾਂ ਸ਼ਾਇਦ ਅੱਜ ਜ਼ਰੂਰਤ ਨਾ ਪੈਂਦੀ ਦਿਲ ਨੂੰ ਚਰਵਾਉਣ ਦੀ ਔਜ਼ਾਰਾਂ ਨਾਲ। ਸੋ ਦਿਸ ਇਜ਼ ਵਨ ਥਿੰਗ ਵਿਚ ਇਜ਼ piercing us inside
ਆਪਣੇ ਸਟ੍ਰੈਸ ਨੂੰ ਘਟਾਓ, ਗੱਲ ਕਰੋ, ਡਿਸਕਸ ਕਰੋ, ਆਪਣੀ ਪ੍ਰੋਬਲਮਸ ਨੂੰ ਪੂਰਾ ਦੋਸਤਾਂ ਤੇ ਫੈਮਿਲੀ ਦੇ ਵਿੱਚ ਡਿਸਕਸ ਕਰਕੇ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਦਿਸ ਇਜ਼ ਦ ਬੈਸਟ ਮੈਥਡ, ਯੂ ਰਿਡਿਊਸ ਯੋਰ ਸਟ੍ਰੈਸ ਐਂਡ ਯੂ ਕੈਨ ਹੈਵ ਅ ਗੁੱਡ ਇੰਜੋਇੰਗ ਐਂਡ ਐਂਟਰਟੇਨਿੰਗ ਲਾਈਫ। ਜੀ, ਥੈਂਕ ਯੂ ਸੋ ਮਚ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਸਾਨੂੰ ਆਪਣਾ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ, ਇਟਸ ਮਾਈ ਪ੍ਰਿਵਿਲੇਜ, ਥੈਂਕ ਯੂ। ਅੱਜ ਕੱਲ੍ਹ ਦੀ ਇਸ ਜ਼ਿੰਦਗੀ ਦੇ ਵਿੱਚ ਮੈਂ ਕਹਾਂਗੀ ਕਿ ਸਟ੍ਰੈਸ ਭਰੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਹਰ ਇੱਕ ਨਵਾਂ ਦਿਨ ਹਰ ਰੋਜ਼ ਇੱਕ ਨਵਾਂ ਚੜ੍ਹਦਾ ਸੂਰਜ ਤੁਹਾਡੇ ਵਾਸਤੇ ਚੈਲੰਜ ਲੈ ਕੇ ਆਉਂਦਾ ਹੈ। ਕੱਲ੍ਹ ਤੁਸੀਂ ਜਿਹੜੇ ਟਾਰਗੇਟਸ ਨੂੰ ਅਚੀਵ ਕਰ ਲਿਆ ਸੀ, ਅੱਜ ਉਹ ਤੋਂ ਵੱਧ ਕੇ ਤੁਸੀਂ ਦਿਖਾਉਣਾ ਹੁੰਦਾ ਹੈ ਔਰ ਫੈਮਿਲੀ ਦੀਆਂ ਐਕਸਪੈਕਟੇਸ਼ਨਸ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਨੇ, ਤੁਸੀਂ ਆਪਣੇ ਵਾਸਤੇ ਬਹੁਤ ਕੁਝ ਐਕਸਪੈਕਟ ਕਰ ਰਹੇ ਹੋ। ਸੋ ਤਮਾਮ ਚੀਜ਼ਾਂ ਸਾਨੂੰ ਇੱਕ ਨਵੇਂ ਸਟ੍ਰੈਸ ਨੂੰ ਇੱਕ ਨਵੇਂ ਦਿਨ ਦੇ ਨਾਲ ਜਨਮ ਦਿੰਦੀਆਂ ਨੇ। ਸੋ ਡਾਕਟਰ ਸਾਹਿਬ ਦੀ ਗੱਲ 'ਤੇ ਅਮਲ ਕਰਨ ਦੀ ਜ਼ਰੂਰਤ ਹੈ ਔਰ ਮੈਨੂੰ ਲੱਗਦਾ ਹੈ ਕਿ ਸਾਰੀਆਂ ਬਿਮਾਰੀਆਂ ਨੂੰ ਜੇਕਰ ਜੜੋਂ ਖ਼ਤਮ ਕਰਨਾ ਹੈ ਤਾਂ ਇਹ ਇੱਕ ਮੂਲ ਮੰਤਰ ਹੈ। ਉਸ ਤੋਂ ਬਾਅਦ ਡਾਕਟਰਸ ਆਉਂਦੇ ਨੇ, ਉਸ ਤੋਂ ਬਾਅਦ ਟਰੀਟਮੈਂਟ, ਦਵਾਈਆਂ ਫਰਦਰ। ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਵੇਗਾ। ਮੈਨੂੰ ਗੁਰਨੀਤ ਤੋਂ ਇਜਾਜ਼ਤ ਦਿਓ। ਪ੍ਰੋਗਰਾਮ ਇੱਥੇ ਖ਼ਤਮ ਕਰਨ ਦੀ ਬਹੁਤ ਬਹੁਤ ਧੰਨਵਾਦ। ਤੁਸੀਂ ਦੇਖਦੇ ਰਹੋ ਦਾ ਅਨਮਿਊਟ।